ਹਾਂਜੀ ਭਾਜੀ, ਕਿੰਨੇ ਪੈਸੇ ਬਣੇ ਨੇ ਸਾਰੇ? ਆਪਣੇ ਕੁੜਤੇ ਦੇ ਗੀਜੇ ਵਿੱਚੋਂ ਪੈਸੇ ਕੱਢਦਿਆਂ ਨਿਰੰਜਨ ਸਿੰਘ ਨੇ ਪੁੱਛਿਆ। ਦੂਸਰੇ ਪਾਸੇ ਸਾਰੀਆਂ ਕਿਤਾਬਾਂ ਦੇ ਰੇਟ ਨੂੰ ਕੈਲਕੂਲੇਟਰ ਉੱਪਰ ਜੋੜਨ ਮਗਰੋਂ ਦੁਕਾਨਦਾਰ ਇੱਕ ਪਰਚੀ ਉੱਤੇ ਰਕਮ ਲਿਖਦਾ ਬੋਲਿਆ, ਤੁਹਾਡੇ ਬਣੇ ਨੇ ਜੀ 14,580 ਰੁਪਏ। ਇਨਾ ਆਖ ਦੁਕਾਨਦਾਰ ਨੇ ਉਹ ਪਰਚੀ ਨਿਰੰਜਨ ਸਿੰਘ ਦੇ ਹੱਥ ਵਿੱਚ ਫੜਾ ਦਿੱਤੀ। ਪਹਿਲਾਂ ਹੀ ਆਪਣੀ ਧੀ ਦੇ ਵੱਡੇ ਕਾਲਜ ਵਿੱਚ ਐਡਮਿਸ਼ਨ ਕਰਾਉਣ ਕਾਰਨ ਪੈਸਿਆਂ ਪੱਖੋਂ ਨਿਰੰਜਨ ਸਿੰਘ ਦੀ ਹਾਲਤ ਕਾਫੀ ਪਤਲੀ ਹੋ ਚੁੱਕੀ ਸੀ। ਉੱਤੋਂ ਕਿਤਾਬਾਂ ਦਾ ਇੰਨਾ ਜ਼ਿਆਦਾ ਖਰਚਾ ਸੁਣ ਕੇ ਉਸਦੇ ਅੰਦਰੋਂ ਅੰਦਰੀ ਤਰਾਹ ਨਿਕਲ ਲੱਗੇ। ਉਸਨੇ ਫਿਰ ਵੀ ਜਰਾ ਹਿੰਮਤ ਕਰਕੇ ਦੁਕਾਨਦਾਰ ਨੂੰ ਪੁੱਛ ਹੀ ਲਿਆ, ਇੰਨੇ ਜ਼ਿਆਦਾ ਪੈਸੇ ਕਿਵੇਂ ਬਣ ਗਏ ਹਨ ਭਾਜੀ? ਮੇਰੀ ਧੀ ਤਾਂ ਕਹਿੰਦੀ ਸੀ ਕਿ 10,000 ਤੋਂ ਥੱਲੇ ਆ ਜਾਣੀਆਂ ਨੇ ਸਾਰੀਆਂ ਕਿਤਾਬਾਂ। ਨਿਰੰਜਨ ਸਿੰਘ ਦੀ ਗੱਲ ਸੁਣ ਕੇ ਦੁਕਾਨਦਾਰ ਥੋੜਾ ਹੱਸਿਆ ਅਤੇ ਫਿਰ ਇੱਕ ਕਿਤਾਬ ਚੁੱਕਦਾ ਬੋਲਿਆ, ਕਿਹੜੇ ਜ਼ਮਾਨੇ ਵਿੱਚ ਰਹਿੰਦੇ ਹੋ ਭਾਊ ਜੀ ਤੁਸੀਂ? MBBS ਦੀਆਂ ਕਿਤਾਬਾਂ ਖਰੀਦਣ ਆਏ ਹੋ, ਕੋਈ BA ਜਾਂ BCom ਦੀਆਂ ਨਹੀਂ। ਸ਼ੁਕਰ ਕਰੋ ਇੰਨੇ ਘੱਟ ਰੇਟ ਵਿੱਚ ਮਿਲ ਰਹੀਆਂ ਹਨ। ਥੋੜੇ ਦਿਨਾਂ ਨੂੰ 20,000 ਲੈ ਕੇ ਵੀ ਘੁੰਮੋਗੇ ਤਾਂ ਫਿਰ ਵੀ ਨਹੀਂ ਮਿਲਣੀਆਂ ਕਿਤੇ। ਦੁਕਾਨਦਾਰ ਦੀਆਂ ਇਹਨਾਂ ਗੱਲਾਂ ਨੇ ਨਿਰੰਜਨ ਸਿੰਘ ਦੀ ਅਸਲੋਂ ਬੋਲਤੀ ਬੰਦ ਕਰ ਦਿੱਤੀ ਤੇ ਉਹ ਚੁੱਪਚਾਪ ਸਾਰੇ ਪੈਸੇ ਦੇ ਕੇ ਕਿਤਾਬਾਂ ਚੁੱਕਦਾ ਹੋਇਆ ਆਪਣੇ ਸਕੂਟਰ ਵੱਲ ਨੂੰ ਤੁਰ ਪਿਆ। ਘਰ ਵਿੱਚ ਆਪਣੀ ਮਾਂ ਕੁਲਵੰਤ ਕੌਰ ਕੋਲ ਬੈਠੀ ਨਵਦੀਪ ਕੌਰ ਕਦ ਦੀ ਬਸ ਇੱਕੋ ਸਵਾਲ ਹੀ ਪੁੱਛੀ ਜਾਂਦੀ ਸੀ, ਬੇਬੇ ਬਾਪੂ ਨੇ ਦੱਸ ਖਾਂ ਕਦੋਂ ਨੂੰ ਆਉਣਾ? ਜਿਸ ਦੇ ਜਵਾਬ ਵਿੱਚ ਕੁਲਵੰਤ ਕੌਰ ਹਰ ਵਾਰੀ ਇਹੀ ਜਵਾਬ ਦਿੰਦੀ ਸੀ, ਆਖੇ ਮੈਨੂੰ ਕੀ ਪਤਾ ਕਿ ਤੇਰੇ ਬਾਪੂ ਨੇ ਕਦ ਆਉਣਾ, ਮੈਨੂੰ ਕਿਹੜਾ ਉਹ ਦੱਸ ਕੇ ਗਏ ਨੇ। ਉਧਰ ਕਦ ਤੋਂ ਸਕੂਟਰ ਨੂੰ ਕਿੱਕਾ ਮਾਰਦਾ ਨਿਰੰਜਨ ਸਿੰਘ ਹਾਰ ਕੇ ਸਕੂਟਰ ਨੂੰ ਧੂੰਦਾ ਹੋਇਆ ਮਕੈਨਿਕ ਕੋਲ ਲੈ ਗਿਆ। ਮਕੈਨਿਕ ਵੀ ਅੱਜ ਸਵੇਰ ਤੋਂ ਵਿਹਲਾ ਹੀ ਬੈਠਾ ਸੀ, ਇਸ ਲਈ ਉਸਨੇ ਨਿਰੰਜਨ ਸਿੰਘ ਦੇ ਰੂਪ ਵਿੱਚ ਆਏ ਗਾਹਕ ਨੂੰ 400 ਵਿੱਚ ਰਗੜ ਦਿੱਤਾ। ਹਾਲਾਂਕਿ ਪ੍ਰੋਬਲਮ ਮਸਾਂ ਕਾਰਬੋਰੇਟਰ ਵਿੱਚ ਥੋੜਾ ਕਚਰਾ ਫਸੇ ਹੋਣ ਦੀ ਹੀ ਸੀ, ਜਿਸ ਨੂੰ ਮਕੈਨਿਕ ਨੇ ਜਾਣ ਬੁੱਝ ਕੇ ਲੰਬਾ ਚੌੜਾ ਦਿਖਾ ਕੇ ਉਸ ਕੋਲੋਂ 400 ਰੁਪਏ ਮਿਹਨਤ ਮੰਗ ਲਈ। ਵਿਚਾਰਾ ਨਿਰੰਜਨ ਸਿੰਘ ਸਕੂਟਰ ਦੀ ਖਾਸੀ ਖਿੱਚਾ ਧੂਈ ਕਰਨ ਪਿੱਛੋਂ ਕਾਫੀ ਬੁਰੀ ਤਰ੍ਹਾਂ ਨਾਲ ਥੱਕ ਚੁੱਕਾ ਸੀ, ਇਸ ਲਈ ਉਸਨੇ ਕੋਈ ਦੂਜੀ ਗੱਲ ਕੀਤੇ ਬਿਨਾ ਮਕੈਨਿਕ ਨੂੰ 400 ਰੁਪਏ ਦੇ ਦਿੱਤੇ ਤੇ ਫਟਾਫਟ ਸਕੂਟਰ ਨੂੰ ਸਟਾਰਟ ਕਰਕੇ ਆਪਣੇ ਘਰ ਦੇ ਰਸਤੇ ਪੈ ਗਿਆ। ਵੀਹੀ ਗਲੀ ਵਿੱਚੋਂ ਸਕੂਟਰ ਆਉਣ ਦੀ ਆਵਾਜ਼ ਸੁਣ ਕੇ ਨਵਦੀਪ ਨੰਗੇ ਪੈਰੀ ਹੀ ਘਰ ਦਾ ਬੂਹਾ ਖੋਲਣ ਚਲੀ ਗਈ। ਇਸ ਵਾਰ ਉਸਦਾ ਅੰਦਾਜ਼ਾ ਬਿਲਕੁਲ ਸਹੀ ਸਾਬਤ ਹੋਇਆ, ਇਹ ਉਸਦੇ ਬਾਪੂ ਨਿਰੰਜਨ ਸਿੰਘ ਦਾ ਹੀ ਸਕੂਟਰ ਸੀ। ਨਿਰੰਜਨ ਸਿੰਘ ਨੇ ਘਰ ਆ ਕੇ ਸਕੂਟਰ ਨੂੰ ਹਾਲੇ ਬੰਦ ਹੀ ਕੀਤਾ ਸੀ ਕਿ ਨਵਦੀਪ ਫਟਾਫਟ ਸਕੂਟਰ ਦੇ ਅਗਲੇ ਪਾਸੇ ਰੱਖੀਆਂ ਕਿਤਾਬਾਂ ਨੂੰ ਚੁੱਕ ਕੇ ਆਪਣੇ ਕਮਰੇ ਅੰਦਰ ਦੌੜ ਗਈ। ਨਵੀਆਂ ਕਿਤਾਬਾਂ ਮਿਲਣ ਦੀ ਖੁਸ਼ੀ ਵਿੱਚ ਨਵਦੀਪ ਨੇ ਆਪਣੇ ਬੇਹਾਲੀ ਦੀ ਹਾਲਤ ਵਿੱਚ ਵਾਪਸ ਆਏ ਬਾਪ ਦੀ ਸਾਰ ਤੱਕ ਵੀ ਨਹੀਂ ਲਈ। ਉਹ ਤਾਂ ਭਲਾ ਹੋਵੇ ਕੁਲਵੰਤ ਕੌਰ ਵਰਗੀ ਸਿਆਣੀ ਪਤਨੀ ਦਾ, ਜੋ ਆਪਣੇ ਸਿਰ ਦੇ ਸਾਈਂ ਦੀ ਮਹਿਜ ਆਹਟ ਸੁਣ ਕੇ ਹੀ ਰਸੋਈ ਵਿੱਚੋਂ ਉਸ ਲਈ ਪਾਣੀ ਦਾ ਭਰਿਆ ਗਿਲਾਸ ਲੈਣ ਚਲੀ ਗਈ। ਮੰਜੇ ਤੇ ਬੈਠ ਪਾਣੀ ਦਾ ਇੱਕ ਵੱਡਾ ਘੁੱਟ ਪੀਣ ਮਗਰੋਂ ਨਿਰੰਜਨ ਸਿੰਘ ਮੁਸਕਰਾਉਂਦੇ ਹੋਏ ਬੋਲਿਆ, ਦੇਖ ਤਾਂ ਆਪਣੀ ਧੀ ਰਾਣੀ ਨੂੰ ਕਿੰਨਾ ਖੁਸ਼ ਹੈ ਨਵੀਆਂ ਕਿਤਾਬਾਂ ਪਾ ਕੇ। ਆਹੋ ਦੇਖ ਰਹੀ ਹਾਂ, ਆਪਣੇ ਪਿਓ ਨੂੰ ਪਾਣੀ ਦਾ ਘੁੱਟ ਤੱਕ ਵੀ ਨਹੀਂ ਪੁੱਛਿਆ ਚੰਦਰੀ ਨੇ, ਬਸ ਕਿਤਾਬਾਂ ਚੱਕੀਆਂ ਤੇ ਆਪਣੇ ਕਮਰੇ ਅੰਦਰ ਵੜ ਗਈ। ਥੋੜੇ ਖਿਜੇ ਹੋਏ ਮਿਜਾਜ ਨਾਲ ਕੁਲਵੰਤ ਕੌਰ ਬੋਲੀ, ਹਾਂ ਚੱਲ ਫੇਰ ਕੀ ਆ, ਐਵੇਂ ਨਾ ਹਰ ਵਕਤ ਮੇਰੀ ਧੀ ਦੀਆਂ ਕਮੀਆਂ ਕੱਢੀ ਜਾਇਆ ਕਰ। ਪਾਣੀ ਪੀਣ ਮਗਰੋਂ ਕੁਲਵੰਤ ਕੌਰ ਦੇ ਹੱਥ ਵਿੱਚ ਗਿਲਾਸ ਧਰਦਾ ਨਿਰੰਜਨ ਸਿੰਘ ਬੋਲਿਆ। ਅੱਗੋਂ ਕੁਲਵੰਤ ਕੌਰ ਹਮੇਸ਼ਾ ਦੀ ਤਰ੍ਹਾਂ ਬੁੱਸ ਕਰਦੀ ਰਸੋਈ ਵਿੱਚ ਚਲੀ ਗਈ। ਉਸ ਨੂੰ ਸ਼ੁਰੂ ਤੋਂ ਹੀ ਆਪਣੇ ਘਰ ਵਾਲੇ ਨਿਰੰਜਨ ਸਿੰਘ ਨਾਲ ਇਹ ਸ਼ਿਕਾਇਤ ਰਹੀ ਸੀ ਕਿ ਉਸਦੇ ਜ਼ਿਆਦਾ ਲਾਡ ਨੇ ਨਵਦੀਪ ਨੂੰ ਵਿਗਾੜ ਦਿੱਤਾ ਹੈ, ਜੋ ਕਿ ਦਿਨੋਂ ਦਿਨ ਉਹਨਾਂ ਦੀ ਹੈਸੀਅਤ ਤੋਂ ਬਾਹਰ ਵਾਲੀਆਂ ਡਿਮਾਂਡਾਂ ਕਰਨ ਲੱਗ ਪਈ ਹੈ। ਨਵਦੀਪ ਬਚਪਨ ਤੋਂ ਹੀ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਸੀ, ਇਸ ਲਈ ਉਸ ਨੂੰ ਆਪਣੀ MBBS ਦੀ ਪੜ੍ਹਾਈ ਕਰਨ ਵੇਲੇ ਜ਼ਿਆਦਾ ਮੁਸ਼ਕਲ ਨਹੀਂ ਪੇਸ਼ ਆਈ। ਹਾਲਾਂਕਿ ਉਸਦੇ ਹਿੱਸੇ ਦੀਆਂ तमाम ਮੁਸ਼ਕਲਾਂ ਦਾ ਸਾਹਮਣਾ ਉਸਦੇ ਮਾਂ-ਬਾਪ ਨੂੰ ਹੀ ਕਰਨਾ ਪਿਆ, ਜਿਨ੍ਹਾਂ ਨੇ ਹਮੇਸ਼ਾ ਹੀ ਆਪਣੀ ਹੈਸੀਅਤ ਤੋਂ ਵੱਧ ਕੇ ਨਵਦੀਪ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ
ਕੁਲਵੰਤ ਕੌਰ ਨੇ ਤਾਂ ਆਪਣੇ ਵੱਲੋਂ ਕਾਫੀ ਜ਼ੋਰ ਲਗਾਇਆ ਸੀ ਨਵਦੀਪ ਦਾ ਸਮੇਂ ਸਿਰ ਵਿਆਹ ਕਰਕੇ ਉਸ ਨੂੰ ਆਪਣੇ ਅਸਲੀ ਘਰ ਵਿੱਚ ਭੇਜਣ ਦਾ, ਪਰ ਜਦ ਮਾਂ ਅਤੇ ਬੱਚਿਆਂ ਦਰਮਿਆਨ ਬਾਪ ਨਾਮ ਦੀ ਦੀਵਾਰ ਆ ਜਾਵੇ ਤਾਂ ਅਕਸਰ ਬੱਚਿਆਂ ਦੀ ਹੀ ਜਿੱਤ ਹੁੰਦੀ ਹੈ। ਉੱਤੋਂ ਨਵਦੀਪ ਨੇ ਆਪਣੇ ਬਾਪ ਨੂੰ ਇੱਕ ਖੁਆਬ ਦਿਖਾਇਆ ਸੀ, ਇੱਕ ਮਸ਼ਹੂਰ ਅਤੇ ਵੱਡੀ ਡਾਕਟਰ ਬਣਨ ਦਾ, ਜਿਸ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ ਦਾ ਖਰਚਾ ਆਉਣਾ ਸੀ। ਪਰ ਫਿਰ ਵੀ ਔਖਿਆਂ ਸੌਖਿਆਂ ਨਿਰੰਜਨ ਸਿੰਘ ਨੇ ਜਿਵੇਂ ਕਿਵੇਂ ਆਪਣੀ ਧੀ ਦੀ MBBS ਤੱਕ ਦੀ ਪੜ੍ਹਾਈ ਪੂਰੀ ਕਰਵਾ ਦਿੱਤੀ, ਜਿਸ ਤੋਂ ਬਾਅਦ ਉਹ ਹੁਣ ਨਵਦੀਪ ਨੂੰ ਜਲਦ ਹੀ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਦਿਆਂ ਦੇਖਣਾ ਚਾਹੁੰਦਾ ਸੀ। ਮਗਰ ਅਕਸਰ ਔਲਾਦ ਐਸੇ ਨਾਜ਼ੁਕ ਹਾਲਾਤਾਂ ਵਿੱਚ ਅਜਿਹੇ ਗਲਤ ਫੈਸਲੇ ਲੈਂਦੀ ਹੈ ਜਿਸ ਨਾਲ ਨਿਰੰਜਨ ਸਿੰਘ ਅਤੇ ਕੁਲਵੰਤ ਕੌਰ ਵਰਗੇ ਅਣਗਿਣਤ ਮਾਪੇ ਸਮਾਜ ਅਤੇ ਭਾਈਚਾਰੇ ਅੱਗੇ ਸ਼ਰਮਸਾਰ ਹੋ ਜਾਂਦੇ ਹਨ। ਨਵਦੀਪ ਨੂੰ ਇੱਕ ਚੰਗੇ ਹਸਪਤਾਲ ਵੱਲੋਂ ਨੌਕਰੀ ਦੀ ਪੇਸ਼ਕਸ਼ ਆਉਂਦੀ ਹੈ, ਪਰ ਆਖਰੀ ਮੌਕੇ ਉਸਨੇ ਇੰਡੀਆ ਰਹਿ ਕੇ ਨੌਕਰੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਬਾਪੂ ਅੱਗੇ ਆਈਲਟਸ ਜਾਂ ਨਰਸਿੰਗ ਦੇ ਬਲਬੂਤੇ ਕੈਨੇਡਾ ਜਾਣ ਦੀ ਡਿਮਾਂਡ ਰੱਖ ਦਿੱਤੀ। ਨਿਰੰਜਨ ਸਿੰਘ ਲਈ ਇੱਕ ਤਰ੍ਹਾਂ ਨਾਲ ਇਹ ਪੈਰੋਂ ਹੇਠੋਂ ਜ਼ਮੀਨ ਖਿਸਕਣ ਦਾ ਆਲਮ ਸੀ। ਬੜੀ ਮੁਸ਼ਕਲ ਨਾਲ ਉਸਨੇ ਆਪਣੇ ਆਪ ਨੂੰ ਸੰਭਾਲਿਆ ਤੇ ਅੱਜ ਪਹਿਲੀ ਵਾਰ ਆਪਣੀ ਧੀ ਨੂੰ ਆਪਣੀਆਂ ਮਜਬੂਰੀਆਂ ਨਾਲ ਜਾਣੂ ਕਰਵਾਇਆ ਕਿ ਹੁਣ ਉਸਦੀ ਇੰਨੀ ਹੈਸੀਅਤ ਨਹੀਂ ਰਹੀ ਕਿ ਉਹ ਆਪਣੀ ਧੀ ਨੂੰ ਕੈਨੇਡਾ ਭੇਜ ਸਕੇ। ਕੋਈ ਸਗਾ ਪੁੱਤ ਜਾਂ ਭਾਈ ਭਰਾ ਨਾ ਹੋਣ ਕਾਰਨ ਖੇਤ ਦਾ ਸਾਰਾ ਕੰਮ ਨਿਰੰਜਨ ਸਿੰਘ ਨੂੰ ਖੁਦ ਹੀ ਕਰਨਾ ਪੈਂਦਾ ਸੀ। ਉੱਤੋਂ ਜ਼ਿੰਦਗੀ ਭਰ ਦੀ ਸਾਰੀ ਜਮ੍ਹਾਂ ਪੂੰਜੀ ਉਸਨੇ ਨਵਦੀਪ ਨੂੰ ਡਾਕਟਰ ਬਣਾਉਣ ਵਿੱਚ ਖਰਚ ਦਿੱਤੀ ਸੀ। ਆਪਣੇ ਬਾਪੂ ਨਿਰੰਜਨ ਸਿੰਘ ਦੀ ਬੇਵਸੀ ਬਾਰੇ ਜਾਣ ਕੇ ਨਵਦੀਪ ਦਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦੀ ਬੇਰੁਖੀ ਵਾਲਾ ਸੀ ਜਿਵੇਂ ਉਸਦੇ ਬਾਪ ਨੇ ਉਸ ਲਈ ਕਦੇ ਵੀ ਕੁਝ ਨਹੀਂ ਕੀਤਾ ਹੁੰਦਾ। ਉਸਨੇ ਤਾਂ ਬਸ ਬਿਨਾਂ ਕੁਝ ਖਾਦੇ ਪੀਤੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰ ਲਿਆ, ਇਸ ਯਕੀਨ ਨਾਲ ਕਿ ਬਹੁਤ ਜਲਦ ਉਸਦਾ ਬਾਪੂ ਉਸਨੂੰ ਕੈਨੇਡਾ ਭੇਜਣ ਲਈ ਤਿਆਰ ਹੋ ਜਾਵੇਗਾ। ਫਿਰ ਕਾਫੀ ਦੇਰ ਤੱਕ ਨਿਰੰਜਨ ਸਿੰਘ ਅਤੇ ਕੁਲਵੰਤ ਕੌਰ ਦਰਮਿਆਨ ਲੰਬੀ ਬਹਿਸ ਚੱਲੀ, ਜਿਸ ਵਿੱਚ ਅਖੀਰ ਇਹ ਨਤੀਜਾ ਕੱਢਿਆ ਗਿਆ ਕਿ ਜੇਕਰ ਨਵਦੀਪ ਵਾਕਿਆ ਹੀ ਕੈਨੇਡਾ ਜਾਣਾ ਚਾਹੁੰਦੀ ਹੈ ਤਾਂ ਪਹਿਲਾਂ ਉਸ ਨੂੰ ਆਪਣੇ ਮਾਪਿਆਂ ਦੀ ਮਰਜ਼ੀ ਦੇ ਲੜਕੇ ਨਾਲ ਵਿਆਹ ਕਰਾਉਣਾ ਪਵੇਗਾ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਕੁਲਵੰਤ ਕੌਰ ਆਪਣੀ ਧੀ ਨੂੰ ਇਕੱਲਿਆਂ ਨਹੀਂ ਸੀ ਬਾਹਰ ਭੇਜਣਾ ਚਾਹੁੰਦੀ। ਬੇਸ਼ੱਕ ਨਵਦੀਪ ਦੂਸਰੇ ਕਮਰੇ ਦੇ ਅੰਦਰ ਮੌਜੂਦ ਸੀ, ਪਰ ਫਿਰ ਵੀ ਉਸ ਨੂੰ ਆਪਣੇ ਮਾਪਿਆਂ ਦੀ ਉੱਚੀ ਆਵਾਜ਼ ਵਿੱਚ ਹੋ ਰਹੀ ਗੁਫ਼ਤਗੂ ਦਾ ਇੱਕ ਇੱਕ ਅਲਫਾਜ਼ ਸੁਣਾਈ ਦੇ ਰਿਹਾ ਸੀ। ਵਿਆਹ ਦਾ ਨਾਮ ਸੁਣ ਕੇ ਉਸ ਨੂੰ ਹੋਰ ਹੀ ਫਿਕਰਾਂ ਹੋਣ ਲੱਗੀਆਂ, ਕਿਉਂਕਿ ਉਸ ਦਾ ਸੁਪਨਾ ਕੈਨੇਡਾ ਜਾ ਕੇ ਉੱਥੋਂ ਦੀ ਐਸ਼ ਪ੍ਰਸਤੀ ਦੀ ਜ਼ਿੰਦਗੀ ਨੂੰ ਮਾਣਨ ਦਾ ਸੀ, ਨਾ ਕਿ ਉਹ ਕਿਸੇ ਅਣਜਾਣ ਸ਼ਖਸ ਨਾਲ ਵਿਆਹ ਕਰਵਾ ਕੇ ਅਗਲੀ ਸਾਰੀ ਉਮਰ ਆਪਣੇ ਘਰ ਵਾਲੇ ਅਤੇ ਉਸਦੇ ਬੱਚਿਆਂ ਦੀ ਖਿਦਮਤ ਵਿੱਚ ਖਰਚ ਕਰਨਾ ਚਾਹੁੰਦੀ ਸੀ। ਇਨ੍ਹਾਂ ਗੰਭੀਰ ਸੋਚਾਂ ਵਿੱਚ ਖੁੱਭੀ ਨਵਦੀਪ ਨੂੰ ਅਚਾਨਕ ਆਪਣੇ ਕਮਰੇ ਦਾ ਦਰਵਾਜ਼ਾ ਖਟਕਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨੂੰ ਸੁਣ ਕੇ ਉਹ ਇੱਕਦਮ ਘਬਰਾਉਂਦੀ ਹੋਈ ਉੱਠੀ ਅਤੇ ਜ਼ਰਾ ਮੱਧਮ ਆਵਾਜ਼ ਵਿੱਚ ਬੋਲੀ, ਕੌਣ? ਮੈਂ ਹਾਂ ਪੁੱਤ, ਤੇਰਾ ਬਾਪੂ। ਨਿਰੰਜਨ ਸਿੰਘ ਝੱਟ ਉਸਦੇ ਸਵਾਲ ਦਾ ਜਵਾਬ ਦਿੰਦਿਆਂ ਬੋਲਿਆ। ਆਪਣੇ ਬਾਪੂ ਦੀ ਆਵਾਜ਼ ਸੁਣ ਕੇ ਨਵਦੀਪ ਦਰਵਾਜ਼ੇ ਦੇ ਕੋਲ ਆ ਜਾਂਦੀ ਹੈ ਤੇ ਜ਼ਰਾ ਨਖਰੇ ਕਰਕੇ ਪੁੱਛਦੀ ਹੈ, ਕੀ ਹੋਇਆ ਡੈਡੀ? ਸਭ ਖੈਰ ਤਾਂ ਹੈ? ਤੁਹਾਨੂੰ ਇਸ ਵਕਤ ਮੇਰੇ ਨਾਲ ਭਲਾ ਕੀ ਕੰਮ ਪੈ ਗਿਆ? ਨਿਰੰਜਨ ਸਿੰਘ ਚਾਹੇ ਨਾ ਸਹੀ, ਪਰ ਨਵਦੀਪ ਦੀ ਮਾਂ ਕੁਲਵੰਤ ਕੌਰ ਉਸਦੇ ਇਹਨਾਂ ਚੋਚਲਿਆਂ ਨੂੰ ਬਾਖੂਬੀ ਸਮਝਦੀ ਸੀ, ਇਸ ਲਈ ਉਹ ਆਪਣੇ ਘਰ ਵਾਲੇ ਨਿਰੰਜਨ ਸਿੰਘ ਨੂੰ ਜਰਾ ਪਿੱਛੇ ਹੋਣ ਦਾ ਇਸ਼ਾਰਾ ਕਰਦੀ ਖੁਦ ਨਵਦੀਪ ਦੇ ਕਮਰੇ ਦਾ ਦਰਵਾਜ਼ਾ ਖਟਖਟਾਉਂਦੀ ਹੈ। ਇਸ ਵਾਰ ਕਾਫੀ ਜ਼ੋਰਦਾਰ ਖਟਖਟਾਹਟ ਸੁਣ ਕੇ ਨਵਦੀਪ ਸਮਝ ਜਾਂਦੀ ਹੈ ਕਿ ਹੁਣ ਉਸਦੀ ਮਾਂ ਕੁਲਵੰਤ ਕੌਰ ਨੇ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਜਿਸ ਦੇ ਗੁੱਸੇ ਤੋਂ ਡਰਦੀ ਨਵਦੀਪ ਝਟਪਟ ਆਪਣੇ ਕਮਰੇ ਦੇ ਦਰਵਾਜ਼ੇ ਨੂੰ ਖੋਲ ਦਿੰਦੀ ਹੈ। ਦਰਵਾਜ਼ਾ ਖੋਲਦਿਆਂ ਹੀ ਕੁਲਵੰਤ ਕੌਰ ਗੁੱਸੇ ਨਾਲ ਨਵਦੀਪ ਵੱਲ ਵੱਧਦੀ ਹੈ, ਪਰ ਐਨ ਮੌਕੇ ਉਸਦਾ ਘਰ ਵਾਲਾ ਨਿਰੰਜਨ ਸਿੰਘ ਉਸ ਨੂੰ ਹੱਥੋਂ ਫੜ ਕੇ ਰੋਕ ਲੈਂਦਾ ਹੈ। ਦੋਨੋਂ ਮੀਆਂ ਬੀਵੀ ਦੀਆਂ ਨਜ਼ਰਾਂ ਮਿਲੀਆਂ ਤਾਂ ਨਿਰੰਜਨ ਸਿੰਘ ਆਪਣੇ ਸਿਰ ਨੂੰ ਨਾਹ ਵਿੱਚ ਹਿਲਾਉਂਦਾ ਹੈ। ਜਿਸ ਦੀ ਇੱਜ਼ਤ ਰੱਖਦੀ ਕੁਲਵੰਤ ਕੌਰ ਆਪਣੇ ਗੁੱਸੇ ਉੱਤੇ ਕਾਬੂ ਪਾਉਂਦੀ ਖੁਦ ਨੂੰ ਰੋਕ ਲੈਂਦੀ ਹੈ।
ਇਹ ਅੱਜ ਪਹਿਲੀ ਦਫਾ ਨਹੀਂ ਸੀ ਜਦ ਇਸ ਘਰ ਵਿੱਚ ਕਚਹਿਰੀ ਲੱਗਣ ਤੋਂ ਪਹਿਲਾਂ ਹੀ ਫੈਸਲਾ ਨਵਦੀਪ ਦੇ ਹੱਕ ਵਿੱਚ ਸੁਣਾਇਆ ਗਿਆ ਸੀ। ਕੁਲਵੰਤ ਕੌਰ ਫਿਰ ਨਵਦੀਪ ਵੱਲ ਦੇਖਦੀ ਆਪਣੇ ਘਰ ਵਾਲੇ ਨੂੰ ਆਖਦੀ ਹੈ, ਮੇਰੀ ਰਾਏ ਦੀ ਤਾਂ ਕਦੇ ਇਸ ਘਰ ਵਿੱਚ ਕੋਈ ਅਹਿਮੀਅਤ ਹੀ ਨਹੀਂ ਰਹੀ, ਇਸ ਲਈ ਤੁਸੀਂ ਖੁਦ ਹੀ ਕਰ ਲਵੋ ਆਪਣੀ ਲਾਡਲੀ ਧੀ ਨਾਲ ਜੋ ਵੀ ਗੱਲ ਕਰਨੀ ਹੈ। ਇਹਨਾਂ ਆਖ ਕੁਲਵੰਤ ਕੌਰ ਪੁੱਠੇ ਪੈਰੀ ਕਮਰੇ ਵਿੱਚੋਂ ਨਿਕਲ ਜਾਂਦੀ ਹੈ। ਕੁਲਵੰਤ ਕੌਰ ਦਾ ਇੰਜ ਖਫਾ ਹੋ ਕੇ ਕਮਰੇ ਵਿੱਚੋਂ ਜਾਣਾ ਆਪਣੇ ਆਪ ਵਿੱਚ ਨਵਦੀਪ ਦੀ ਬਹੁਤ ਵੱਡੀ ਜਿੱਤ ਸੀ। ਉਸਨੇ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਆਪਣੇ ਮਾਂ-ਬਾਪ ਨੂੰ ਆਪਣੀ ਨਵੀਂ ਖੁਆਇਸ਼ ਨੂੰ ਪੂਰਾ ਕਰਨ ਲਈ ਕਾਇਲ ਅਤੇ ਮਜਬੂਰ ਕਰ ਦਿੱਤਾ ਸੀ। ਬਾਕੀ ਰਹੀ ਗੱਲ ਵਿਆਹ ਦੀ ਤਾਂ ਨਵਦੀਪ ਨੇ ਉਸ ਤੋਂ ਬਚਣ ਦਾ ਰਸਤਾ ਸੋਚਣਾ ਵੀ ਸ਼ੁਰੂ ਕਰ ਦਿੱਤਾ ਸੀ। ਅਸਲ ਵਿੱਚ ਉਸਦੇ ਮਨ ਵਿੱਚ ਕੈਨੇਡਾ ਜਾਣ ਦੀ ਗੱਲ ਉਸਦੀ ਬਚਪਨ ਦੀ ਸਹੇਲੀ ਅਵਨੀਤ ਨੇ ਹੀ ਭਰੀ ਸੀ, ਜੋ ਕਿ ਹਰ ਵੀਕ ਐਂਡ ਉੱਤੇ ਆਪਣੇ ਪਾਰਟੀ ਕਰਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਹੁੰਦੀ ਸੀ। ਆਪਣੀ MBBS ਦੀ ਪੜ੍ਹਾਈ ਮੁਕੰਮਲ ਕਰਕੇ ਜਦੋਂ ਨਵਦੀਪ ਦੇ ਡਾਕਟਰ ਬਣਨ ਦਾ ਸਮਾਂ ਆਇਆ ਤਾਂ ਨਾ ਜਾਣੇ ਕਿੱਧਰੋਂ ਉਸਦਾ ਮਨ ਵੀ ਅਵਨੀਤ ਦੀ ਤਰ੍ਹਾਂ ਕੈਨੇਡਾ ਜਾ ਕੇ ਐਸ਼ ਕਰਨ ਦੀਆਂ ਸਕੀਮਾਂ ਘੜਨ ਲੱਗਾ। ਇੱਕ ਪਾਸੇ ਨਵਦੀਪ ਨੇ ਜਿੱਥੇ ਆਈਲੈਟਸ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਉਹੀ ਦੂਸਰੇ ਪਾਸੇ ਕੁਲਵੰਤ ਕੌਰ ਦਾ ਪੂਰਾ ਜ਼ੋਰ ਆਪਣੀ ਧੀ ਲਈ ਜਲਦ ਤੋਂ ਜਲਦ ਚੰਗਾ ਰਿਸ਼ਤਾ ਖੋਜਣ ਵਿੱਚ ਲੱਗਾ ਹੋਇਆ ਸੀ। ਨਵਦੀਪ ਨੇ ਆਈਲੈਟਸ ਕਰਨ ਤੱਕ ਕੁਲਵੰਤ ਕੌਰ ਨੂੰ ਉਸ ਲਈ ਦਰਜਨੋਂ ਵੱਧ ਰਿਸ਼ਤਿਆਂ ਦੀ ਗੱਲ ਚਲਾਈ, ਪਰ ਹਰ ਵਾਰ ਨਵਦੀਪ ਕੋਈ ਨਾ ਕੋਈ ਕਮੀ ਲੱਭ ਕੇ ਲੜਕਿਆਂ ਨੂੰ ਰਿਜੈਕਟ ਕਰ ਦਿੰਦੀ ਸੀ। ਅਸਲ ਵਿੱਚ ਨਵਦੀਪ ਦਾ ਵਿਆਹ ਕਰਾਉਣ ਲਈ ਭੋਰਾ ਮਨ ਨਹੀਂ ਸੀ, ਉਹ ਤਾਂ ਮਹਿਜ ਟਾਈਮ ਪਾਸ ਕਰਕੇ ਆਪਣੇ ਆਈਲੈਟਸ ਵਿੱਚੋਂ ਬੈਂਡ ਆਉਣ ਦੀ ਉਡੀਕ ਕਰ ਰਹੀ ਸੀ, ਜਿਸ ਨੂੰ ਕਿ ਉਸਨੇ ਚੰਗੀ ਤਾਲੀਮ ਅਤੇ ਕਾਬਲੀਅਤ ਦੇ ਬਲਬੂਤੇ ਜਲਦ ਹੀ ਹਾਸਲ ਕਰ ਲਿਆ। ਉਸ ਦੇ ਓਵਰਆਲ 7 ਬੈਂਡ ਬਣੇ ਤੇ ਹੁਣ ਬਸ ਪੈਸੇ ਅਤੇ ਕਿਸਮਤ ਦੀ ਖੇਡ ਸੀ ਸਾਰੀ। ਉਧਰੋਂ ਕੁਲਵੰਤ ਕੌਰ ਨੂੰ ਆਪਣੇ ਦੋਨੋਂ ਪਾਸੇ ਦੀਆਂ ਰਿਸ਼ਤੇਦਾਰੀਆਂ ਵੱਲੋਂ ਕਾਫੀ ਖਰੀਆਂ ਖੋਟੀਆਂ ਸੁਣਨ ਨੂੰ ਮਿਲ ਰਹੀਆਂ ਸਨ। ਇੱਥੋਂ ਤੱਕ ਕਿ ਜੋ ਰਿਸ਼ਤਾ ਨਵਦੀਪ ਦੀ ਭੂਆ ਜਸਵੰਤ ਕੌਰ ਵੱਲੋਂ ਭੇਜਿਆ ਗਿਆ ਸੀ, ਉਸ ਤੇ ਤਾਂ ਨਵਦੀਪ ਦੇ ਇਨਕਾਰ ਕਰਨ ਮਗਰੋਂ ਜਸਵੰਤ ਕੌਰ ਨੇ ਕਾਫੀ ਵੱਡਾ ਬਖੇੜਾ ਖੜਾ ਕੀਤਾ, ਜਿਸ ਨੂੰ ਕਿ ਬੜੀ ਮੁਸ਼ਕਲ ਨਾਲ ਨਿਰੰਜਨ ਸਿੰਘ ਅਤੇ ਕੁਲਵੰਤ ਕੌਰ ਨੇ ਮਿਲ ਕੇ ਸੁਲਝਾਇਆ। ਹੋਰ ਤਾਂ ਹੋਰ ਨਵਦੀਪ ਲਈ ਇੱਕ ਰਿਸ਼ਤਾ ਕੈਨੇਡਾ ਤੋਂ ਵੀ ਆਇਆ ਸੀ, ਜਿਸ ਨੂੰ ਕਿ ਨਵਦੀਪ ਨੇ ਸਿਰਫ ਉਸ ਲੜਕੇ ਦੇ ਸਿਰ ਵਿੱਚ ਥੋੜੀ ਗੰਜ ਪਈ ਹੋਣ ਕਾਰਨ ਉਸ ਚੰਗੇ ਭਲੇ ਰਿਸ਼ਤੇ ਨੂੰ ਵਾਪਸ ਮੋੜ ਦਿੱਤਾ ਸੀ। ਆਈਲੈਟਸ ਵਿੱਚੋਂ 7 ਬੈਂਡ ਲੈਣ ਮਗਰੋਂ ਨਵਦੀਪ ਨੂੰ ਹੁਣ ਲਗਾਤਾਰ ਵੱਖੋ ਵੱਖਰੇ ਵੀਜ਼ਾ ਦਫ਼ਤਰਾਂ ਤੋਂ ਕਾਲਾਂ ਆਉਣ ਲੱਗੀਆਂ ਸ਼ੁਰੂ ਹੋ ਗਈਆਂ ਸਨ। ਕਈ ਵਾਰ ਤਾਂ ਉਹ ਇਹਨਾਂ ਕਾਲਾਂ ਨੂੰ ਜਾਣ ਬੁੱਝ ਕੇ ਆਪਣੇ ਮਾਂ-ਬਾਪ ਨੂੰ ਵੀ ਸੁਣਾਉਂਦੀ ਸੀ, ਤਾਂ ਕਿ ਉਹ ਦੋਨੋਂ ਮਜਬੂਰ ਹੋ ਕੇ ਜਲਦ ਤੋਂ ਜਲਦ ਉਸ ਨੂੰ ਇਕੱਲੀ ਨੂੰ ਹੀ ਕੈਨੇਡਾ ਭੇਜ ਦੇਣ। ਨਵਦੀਪ ਆਪਣੇ ਇਸ ਮਿਸ਼ਨ ਵਿੱਚ ਕਾਮਯਾਬ ਹੋਣ ਵਾਲੀ ਸੀ ਕਿ ਅਚਾਨਕ ਉਸ ਦੀ ਮਾਂ ਕੁਲਵੰਤ ਕੌਰ ਨੇ ਉਸ ਦੇ ਅੱਗੇ ਇੱਕ ਹੋਰ ਸ਼ਰਤ ਰੱਖ ਦਿੱਤੀ ਕਿ ਉਸ ਦੇ ਬਾਪੂ ਕੋਲ ਉਸ ਨੂੰ ਕੈਨੇਡਾ ਭੇਜਣ ਲਈ ਇੱਕ ਵੀ ਪੈਸਾ ਨਹੀਂ ਹੈ, ਸੋ ਜੇਕਰ ਉਹ ਬਾਹਰ ਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਹਰ ਹਾਲਤ ਵਿੱਚ ਕਿਸੇ ਐਸੇ ਲੜਕੇ ਨਾਲ ਵਿਆਹ ਕਰਾਉਣਾ ਪਵੇਗਾ ਜੋ ਕਿ ਜਾਂ ਤਾਂ ਖੁਦ ਕੈਨੇਡਾ ਦਾ ਵਸਨੀਕ ਹੋਵੇ ਤੇ ਜਾਂ ਫਿਰ ਉਹ ਉਸ ਦੇ ਕੈਨੇਡਾ ਜਾਣ ਵਿੱਚ ਆਉਣ ਵਾਲੇ ਖਰਚੇ ਦੀ ਸਾਰੀ ਜ਼ਿੰਮੇਵਾਰੀ ਚੁੱਕ ਸਕੇ। ਪਿਛਲੇ 1.5 ਦਹਾਕੇ ਤੋਂ ਏਸ਼ੀਆ ਤੇ ਖਾਸ ਕਰ ਇੰਡੀਆ ਵਿੱਚ ਪੈਂਦੇ ਪੰਜਾਬ ਸੂਬੇ ਵਿੱਚ ਇਹ ਇੱਕ ਦਸਤੂਰ ਬਣ ਚੁੱਕਾ ਹੈ ਕਿ ਜੇਕਰ ਕਿਸੇ ਲੜਕੀ ਨੇ ਚੰਗੇ ਬੈਂਡ ਲੈ ਕੇ ਆਈਲੈਟਸ ਕਲੀਅਰ ਕੀਤੀ ਹੈ ਤਾਂ ਉਸ ਨੂੰ ਅੱਗੋਂ ਲੜਕੇ ਵਾਲੇ ਖੁਦ ਸਾਰਾ ਪੈਸਾ ਲਾ ਕੇ ਬਾਹਰ ਭੇਜ ਦਿੰਦੇ ਹਨ, ਤਾਂ ਕਿ ਉਹ ਉੱਥੇ ਜਾ ਕੇ ਥੋੜੇ ਪੱਕੇ ਪੈਰੀ ਹੋਣ ਮਗਰੋਂ ਆਪਣੇ ਘਰ ਵਾਲੇ ਨੂੰ ਵੀ ਕੈਨੇਡਾ ਸੱਦ ਲਵੇ। ਇਹ ਇੱਕ ਤਰ੍ਹਾਂ ਦਾ ਬਿਜ਼ਨਸ ਬਣ ਚੁੱਕਾ ਹੈ, ਜਿਸ ਵਿੱਚ ਲੜਕੇ ਵਾਲੇ ਲੜਕੀ ਦੀ ਪੜ੍ਹਾਈ ਦਾ ਮੁੱਲ ਦੇ ਕੇ ਇੱਕ ਕਿਸਮ ਦਾ ਜੂਆ ਖੇਡਦੇ ਹਨ। ਪਰ ਨਵਦੀਪ ਦੇ ਮਾਂ-ਬਾਪ ਇਸ ਕਿਸਮ ਦੇ ਨਹੀਂ ਸਨ, ਬਲਕਿ ਉਹ ਤਾਂ ਆਪਣੀ ਧੀ ਨੂੰ ਕੈਨੇਡਾ ਭੇਜਣ ਦੇ ਵੀ ਹੱਕ ਵਿੱਚ ਨਹੀਂ ਸਨ। ਲੇਕਿਨ ਨਵਦੀਪ ਦੀ ਜਿੱਦ ਅਤੇ ਪੈਸਿਆਂ ਦੀ ਤੰਗੀ ਹੋਣ ਕਾਰਨ ਅਖੀਰ ਉਹਨਾਂ ਨੂੰ ਵੀ ਸਮਾਜ ਦੀ ਇਸ ਨਵੀਨਤਮ ਰੀਤ ਨੂੰ ਅਪਣਾਉਣ ਬਾਰੇ ਸੋਚਣਾ ਪਿਆ। ਮਗਰ ਇਸ ਸਭ ਦੇ ਬਾਵਜੂਦ ਵੀ ਸਭ ਤੋਂ ਅਹਿਮ ਗੱਲ ਨਵਦੀਪ ਦਾ ਰਜ਼ਾਮੰਦ ਹੋਣਾ ਸੀ, ਜੋ ਕਿ ਆਪਣੀ ਕੈਨੇਡਾ ਵਾਲੀ ਸਹੇਲੀ ਅਵਨੀਤ ਨਾਲ ਮਿਲ ਕੇ ਬਿਨਾਂ ਵਿਆਹੇ ਕੈਨੇਡਾ ਜਾਣ ਦੀਆਂ
ਨਿਤ ਨਵੀਆਂ ਸਕੀਮਾਂ ਘੜਨ ਵਿੱਚ ਮਸ਼ਰੂਫ ਸੀ। ਜਦੋਂ ਹੋਰ ਕੋਈ ਰਸਤਾ ਨਹੀਂ ਮਿਲਿਆ ਤਾਂ ਨਵਦੀਪ ਨੇ ਆਪਣੇ ਮਾਂ-ਬਾਪ ਅੱਗੇ ਜ਼ਿਮੀਂਦਾਰਾਂ ਨੂੰ ਘੱਟ ਵਿਆਜ ਦਰ ਤੇ ਮਿਲਣ ਵਾਲੇ ਕਰਜ਼ੇ ਬਾਰੇ ਗੱਲ ਕੀਤੀ, ਜਿਸ ਨੂੰ ਸਿਰੇ ਤੋਂ ਖਾਰਿਜ ਕਰਦੀ ਕੁਲਵੰਤ ਕੌਰ ਬੋਲੀ, "ਆ ਵੇਖ ਮੇਰੀ ਸਮਝਦਾਰ ਧੀਏ, ਤੇਰੇ ਅੱਗੇ ਜੁੜੇ ਨੇ ਹੱਥ ਸਾਡੇ। ਪਹਿਲੇ ਪੈਸੇ ਲੱਥੇ ਨਹੀਂ ਹਾਲੇ ਤੇ ਆਖਦੀ ਪਈ ਹੈ ਕਿ ਤੈਨੂੰ ਕੈਨੇਡਾ ਭੇਜਣ ਲਈ ਬੈਂਕ ਵਿੱਚੋਂ ਹੋਰ ਕਰਜ਼ਾ ਚੁੱਕ ਲਈਏ? ਨਾ, ਤੂੰ ਤਾਂ ਲੰਘ ਜਾਣਾ ਹੈ ਕੈਨੇਡਾ, ਫਿਰ ਅਸੀਂ ਕਿੱਥੋਂ ਕਰਜ਼ੇ ਲਾਉਂਦੇ ਫਿਰਾਂਗੇ ਤੇਰੇ?" ਇਸ ਵਾਰ ਨਵਦੀਪ ਦੀ ਜਗ੍ਹਾ ਨਿਰੰਜਨ ਸਿੰਘ ਬੋਲਿਆ, "ਇੱਕ ਮਿੰਟ, ਤੂੰ ਗੱਲ ਤਾਂ ਸੁਣ ਲੈ ਨਵਦੀਪ ਦੀ ਪੂਰੀ। ਕੀ ਤੂੰ ਹਰ ਵੇਲੇ ਡਾਂਗ ਚੁੱਕ ਕੇ ਇਸ ਦੇ ਪਿੱਛੇ ਪਈ ਰਹਿਨੀ ਹੈ? ਹਾਂ ਤੇ ਤੂੰ ਦੱਸ ਧੀਏ, ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ?" ਨਵਦੀਪ ਵੱਲ ਇਸ਼ਾਰਾ ਕਰਦਿਆਂ ਨਿਰੰਜਨ ਸਿੰਘ ਨੇ ਪੁੱਛਿਆ। ਨਵਦੀਪ ਨੂੰ ਬਸ ਹੁਣ ਇੱਕ ਐਸੀ ਤਕਰੀਰ ਸੁਣਾਉਣ ਦੀ ਜ਼ਰੂਰਤ ਸੀ ਜਿਸ ਨਾਲ ਉਸਦੇ ਅਤੇ ਕੈਨੇਡਾ ਦਰਮਿਆਨ ਜੋ ਫਾਸਲਾ ਹੈ ਉਹ ਪੂਰੀ ਤਰ੍ਹਾਂ ਨਾਲ ਮਿਟ ਜਾਣਾ ਸੀ। ਉਸਨੇ ਕੀਤਾ ਵੀ ਠੀਕ ਇਸੇ ਤਰ੍ਹਾਂ ਹੀ ਤੇ ਸਾਹਮਣੇ ਬੈਠੇ ਆਪਣੇ ਮਾਂ-ਬਾਪ ਨੂੰ ਕਰਜ਼ਾ ਚੁੱਕ ਕੇ ਉਸਦੇ ਇੱਕ ਸਮੈਸਟਰ ਦੀ ਫੀਸ ਭਰਨ ਦੀ ਸਲਾਹ ਦਿੱਤੀ। ਆਪਣੀ ਤਕਰੀਰ ਵਿੱਚ ਉਸਨੇ ਇਹ ਗੱਲ ਵੀ ਬੜੇ ਵਿਸ਼ਵਾਸ ਨਾਲ ਆਖੀ ਕਿ ਇੱਕ ਵਾਰ ਉਸਦੇ ਕੈਨੇਡਾ ਚਲੇ ਜਾਣ ਦੀ ਦੇਰ ਹੈ, ਉੱਥੇ ਫਿਰ ਉਸਨੇ ਖੁਦ ਹੀ ਨੌਕਰੀ ਕਰਕੇ ਆਪਣੀ ਬਾਕੀ ਦੀ ਪੜ੍ਹਾਈ ਅਤੇ ਇੱਥੇ ਚੁੱਕੇ ਕਰਜ਼ੇ ਦੀ ਸਾਰੀ ਰਕਮ ਨੂੰ ਉਤਾਰ ਦੇਣਾ ਹੈ। ਨਿਰੰਜਨ ਸਿੰਘ ਨੂੰ ਨਵਦੀਪ ਦਾ ਇਹ ਆਈਡੀਆ ਬਿਲਕੁਲ ਦਰੁਸਤ ਲੱਗਿਆ, ਜਦ ਕਿ ਕੁਲਵੰਤ ਕੌਰ ਨੂੰ ਆਪਣੀ ਧੀ ਦੀ ਹੱਡ ਹਰਾਮੀ ਅਤੇ ਚਲਾਕੀਆਂ ਬਾਰੇ ਬਖੂਬੀ ਪਤਾ ਸੀ। ਇਸ ਲਈ ਉਹ ਆਪਣੇ ਵੱਲੋਂ ਨਵਦੀਪ ਦੇ ਇਹਨਾਂ ਪੈਤੜਿਆਂ ਨੂੰ ਸਿਰੇ ਤੋਂ ਖਾਰਿਜ ਕਰ ਦਿੰਦੀ ਹੈ। ਪਰ ਹੁਣ ਉਸਦੀ ਕਿੱਥੇ ਚੱਲਣੀ ਸੀ। ਜਦ ਨਵਦੀਪ ਨੇ ਆਪਣੇ ਬਾਪੂ ਨਿਰੰਜਨ ਸਿੰਘ ਨੂੰ ਇੱਕ ਵਾਰ ਫਿਰ ਤੋਂ ਆਪਣੀਆਂ ਗੱਲਾਂ ਵਿੱਚ ਲੈ ਲਿਆ ਸੀ, ਉਸਨੇ ਤਾਂ ਬਸ ਆਪਣੇ ਦਿਲ ਦੀ ਗੱਲ ਆਪਣੇ ਮਾਂ-ਬਾਪ ਦੇ ਕੰਨੀ ਕੱਢਣੀ ਸੀ। ਬਾਕੀ ਹਮੇਸ਼ਾ ਦੀ ਤਰ੍ਹਾਂ ਉਸਦੇ ਬਾਪੂ ਨਿਰੰਜਨ ਸਿੰਘ ਨੇ ਖੁਦ ਹੀ ਕੁਲਵੰਤ ਕੌਰ ਨੂੰ ਸਮਝਾ ਬੁਝਾ ਕੇ ਸ਼ਾਂਤ ਕਰ ਦੇਣਾ ਸੀ। ਸੋ ਅਖੀਰ ਵਿੱਚ ਇਹ ਤੈਅ ਹੋਇਆ ਕਿ ਕੱਲ ਨਵਦੀਪ ਆਪਣੇ ਬਾਪੂ ਨੂੰ ਨਾਲ ਲੈ ਕੇ ਪਹਿਲਾਂ ਇੱਕ ਦੋ ਬੈਂਕਾਂ ਵਿੱਚੋਂ ਕਰਜ਼ੇ ਬਾਰੇ ਪੁੱਛਣ ਜਾਵੇਗੀ ਤੇ ਫਿਰ ਉੱਥੋਂ ਹੋ ਕੇ ਸ਼ਹਿਰ ਦੇ 2-3 ਮਸ਼ਹੂਰ ਵੀਜ਼ਾ ਦਫ਼ਤਰਾਂ ਵਿੱਚ ਆਪਣੇ ਕੈਨੇਡਾ ਜਾਣ ਦੇ ਪ੍ਰੋਸੈਸ ਅਤੇ ਖਰਚੇ ਬਾਰੇ ਵੀ ਪਤਾ ਕਰੇਗੀ। ਅਗਲੀ ਸਵੇਰ ਪਿੰਡੋਂ ਸ਼ਹਿਰ ਤੱਕ ਦੇ ਪੂਰੇ ਰਾਸਤੇ ਨਵਦੀਪ ਆਪਣੇ ਬਾਪੂ ਨੂੰ ਅਣਗਿਣਤ ਖੁਆਬ ਦਿਖਾਉਂਦੀ ਗਈ। ਕਦੇ ਉਹ ਆਪਣੇ ਬਾਪੂ ਦੇ ਪੁਰਾਣੇ ਸਕੂਟਰ ਨੂੰ ਕਵਾੜ ਦੱਸਦੀ ਹੋਈ ਨਵੀਂ ਗੱਡੀ ਲੈ ਕੇ ਦੇਣ ਦੀ ਗੱਲ ਆਖਦੀ ਤੇ ਕਦੇ ਆਪਣੀ ਕਠੋਰ ਮਾਂ ਤੇ ਤੰਜ ਕੱਸਦੀ ਬੋਲਦੀ, "ਦੇਖੀ ਡੈਡੀ, ਮੈਂ ਕੈਨੇਡਾ ਜਾਂਦਿਆਂ ਹੀ ਤੈਨੂੰ ਵੀ ਉੱਥੇ ਆਪਣੇ ਕੋਲ ਹੀ ਬੁਲਾ ਲੈਣਾ। ਹਾਂ, ਮੰਮੀ ਨੂੰ ਜਰਾ ਲੇਟ ਹੀ ਸੱਦਣਾ ਆਪਾਂ ਉੱਥੇ, ਤਾਂ ਕਿ ਉਸ ਨੂੰ ਪਹਿਲਾਂ ਮੇਰੀ ਕਾਬਲੀਅਤ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ। ਦੇਖੀ ਫਿਰ ਕਿਵੇਂ ਉਹ ਮੇਰੇ ਹਾੜੇ ਕੱਢਦੀ ਆਪਾਂ ਦੋਨਾਂ ਕੋਲ ਕੈਨੇਡਾ ਆਉਣ ਲਈ।" ਨਿਰੰਜਨ ਸਿੰਘ ਜਦੋਂ ਇਹ ਗੱਲਾਂ ਸੁਣਦਾ ਤਾਂ ਉਸਦਾ ਆਪਣੇ ਹਾਸੇ ਉੱਤੇ ਬਿਲਕੁਲ ਵੀ ਕਾਬੂ ਨਾ ਰਹਿੰਦਾ ਤੇ ਉਹ ਖੁੱਲ ਕੇ ਕਾਫੀ ਦੇਰ ਤੱਕ ਹੱਸਦਾ ਰਹਿੰਦਾ। ਇੰਜ ਹੀ ਗੱਲੀ ਬਾਤੀ ਉਹ ਸ਼ਹਿਰ ਪਹੁੰਚ ਜਾਂਦੇ ਹਨ, ਜਿੱਥੇ ਨਵਦੀਪ ਦੇ ਕਹਿਣ ਮੁਤਾਬਕ ਨਿਰੰਜਨ ਸਿੰਘ ਨੇ 3 ਵੱਖੋ ਵੱਖਰੀਆਂ ਬੈਂਕਾਂ ਵਿੱਚ ਲੋਨ ਬਾਰੇ ਪਤਾ ਕੀਤਾ, ਪਰ ਕਿਸੇ ਵੀ ਬੈਂਕ ਵਿੱਚ ਉਹਨਾਂ ਨੂੰ ਘੱਟ ਵਿਆਜ ਤੇ ਲੋਨ ਨਹੀਂ ਮਿਲਿਆ। ਹਾਰ ਕੇ ਜਦ ਉਹ ਚੌਥੀ ਬੈਂਕ ਜਾਣੀ ਕਿ ਪੰਜਾਬ ਗ੍ਰਾਮੀਣ ਬੈਂਕ ਵਿੱਚ ਗਏ ਤਾਂ ਉੱਥੇ ਕਦਮ ਪੁੱਟਦਿਆਂ ਹੀ ਨਵਦੀਪ ਨੂੰ ਮੰਨੋ ਕੈਨੇਡਾ ਜਾਣ ਦਾ ਸੁਨਹਿਰੀ ਟਿਕਟ ਮਿਲ ਗਈ। ਨਿਰੰਜਨ ਸਿੰਘ ਦੇ ਨਾਮ ਆਪਣੇ 8 ਕਿੱਲੇ ਜ਼ਮੀਨ ਦੇ ਹਨ। ਉੱਤੋਂ ਲੋਨ ਚੁੱਕਣ ਦਾ ਉਸਦਾ ਪੁਰਾਣਾ ਰਿਕਾਰਡ ਵੀ ਕਾਫੀ ਵਧੀਆ ਹੈ, ਜਿਸ ਦੇ ਬਲਬੂਤੇ ਪੰਜਾਬ ਗ੍ਰਾਮੀਣ ਬੈਂਕ ਉਸ ਨੂੰ ਝੱਟ ਹੀ ਘੱਟ ਵਿਆਜ ਦਰ ਤੇ ਲੋਨ ਦੇਣ ਲਈ ਰਾਜੀ ਹੋ ਗਈ। ਘੜੀ ਦੀਆਂ ਸੂਈਆਂ ਉੱਤੇ ਦੁਪਹਿਰ ਦਾ 1:30 ਵੱਜ ਚੁੱਕਾ ਸੀ। ਸਵੇਰ ਤੋਂ ਇੱਧਰ ਉੱਧਰ ਘੁੰਮਣ ਮਗਰੋਂ ਨਿਰੰਜਨ ਸਿੰਘ ਦਾ ਮਨ ਘਰ ਨੂੰ ਵਾਪਸ ਮੁੜਨ ਲਈ ਕਾਹਲਾ ਪੈ ਰਿਹਾ ਸੀ, ਜਦ ਕਿ ਉਸ ਦੀ ਧੀ ਨਵਦੀਪ ਦੇ ਦਿਮਾਗ ਅੰਦਰ ਕੁਝ ਹੋਰ ਹੀ ਖਿਆਲ ਚੱਲ ਰਹੇ ਸਨ। ਇਸ ਤੋਂ ਪਹਿਲਾਂ ਕਿ ਨਿਰੰਜਨ ਸਿੰਘ ਕੁਝ ਬੋਲਦਾ, ਨਵਦੀਪ ਉਸ ਨੂੰ 1-2 ਏਜੰਟਾਂ ਨੂੰ ਮਿਲਣ ਲਈ ਆਖ ਦਿੰਦੀ ਹੈ। ਨਵਦੀਪ ਦੀਆਂ ਨਜ਼ਰਾਂ ਵਿੱਚ ਕਿਸਮਤ ਅੱਜ ਉਸ ਦਾ ਬਖੂਬੀ ਸਾਥ ਦੇ ਰਹੀ ਸੀ। ਤਦ ਹੀ ਤਾਂ ਉਸ ਨੂੰ ਪਹਿਲੇ ਏਜੰਟ ਨੇ ਹੀ ਐਸਾ ਪ੍ਰਭਾਵਿਤ ਕੀਤਾ ਕਿ ਉਹ ਆਪਣੀ ਫਾਈਲ ਅਤੇ ਕੈਨੇਡਾ ਦੇ ਵੀਜ਼ੇ ਲਈ ਅਪਲਾਈ ਕਰਨ ਦੀ ਰਕਮ ਉਸ ਏਜੰਟ ਨੂੰ ਹੀ ਸੌਂਪ ਆਈ। ਕੁਝ ਹੀ ਦਿਨਾਂ ਦੇ ਗੇੜ ਅੰਦਰ ਨਾ ਕੇਵਲ ਨਿਰੰਜਨ ਸਿੰਘ ਵੱਲੋਂ ਅਪਲਾਈ ਕੀਤਾ
ਲੱਖਾਂ ਦਾ ਲੋਨ ਪਾਸ ਹੋ ਗਿਆ, ਬਲਕਿ ਉਸ ਦੀ ਧੀ ਨਵਦੀਪ ਨੂੰ ਵੀ ਕੈਨੇਡਾ ਦੀ ਇੱਕ ਮੰਨੀ ਪਰਮੰਨੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੀ ਆਫਰ ਲੈਟਰ ਆ ਗਈ। ਇੱਥੇ ਫਿਰ ਨਵਦੀਪ ਨੇ ਆਪਣੇ ਮਾਂ-ਬਾਪ ਨੂੰ ਇੱਕ ਹੋਰ ਧੋਖਾ ਦਿੱਤਾ, ਕਿਉਂਕਿ ਜਿੱਥੇ ਉਹ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਇੱਕ ਸਮੈਸਟਰ ਦੀ ਫੀਸ ਜਮ੍ਹਾਂ ਕਰਨ ਲਈ ਬੋਲ ਰਹੀ ਸੀ, ਉਹੀ ਹੁਣ ਉਸਨੇ ਏਜੰਟ ਨਾਲ ਮਿਲ ਕੇ ਆਪਣੇ ਬਾਪੂ ਨਿਰੰਜਨ ਸਿੰਘ ਨੂੰ 2 ਸਮੈਸਟਰਾਂ ਦੀ ਫੀਸ ਭਰਨ ਲਈ ਮਜਬੂਰ ਕਰ ਦਿੱਤਾ। ਕਰਦੇ ਕਰਾਉਂਦੇ 10-12 ਲੱਖ ਦੇ ਐਸਟੀਮੇਟ ਵਿੱਚ ਲਗਾਇਆ ਖਰਚ 16-17 ਲੱਖ ਤੱਕ ਪਹੁੰਚ ਗਿਆ, ਜੋ ਕਿ ਲੋਨ ਅਤੇ ਇਧਰੋਂ ਉਧਰੋਂ ਜਮ੍ਹਾਂ ਕੀਤੇ तमाम ਪੈਸਿਆਂ ਨੂੰ ਮਿਲਾ ਕੇ ਵੀ ਪੂਰੇ ਨਹੀਂ ਸਨ ਹੋ ਰਹੇ। ਘਰ ਵਿੱਚ ਇੱਕ ਵਾਰ ਫਿਰ ਤੋਂ ਮਹਾਭਾਰਤ ਦੀ ਜੰਗ ਵਾਲਾ ਮਾਹੌਲ ਬਣਨ ਲੱਗ ਗਿਆ। ਕੁਲਵੰਤ ਕੌਰ ਕਦੇ ਪਿਆਰ ਅਤੇ ਕਦੇ ਥੋੜੇ ਗੁੱਸੇ ਨਾਲ ਨਵਦੀਪ ਨੂੰ ਬਾਹਰ ਜਾਣ ਦੀ ਜਿੱਦ ਛੱਡਣ ਲਈ ਆਖਣ ਲੱਗੀ, ਜਿਸ ਦੇ ਜਵਾਬ ਵਿੱਚ ਅਵਲ ਤਾਂ ਨਵਦੀਪ ਕੁਝ ਵੀ ਨਹੀਂ ਬੋਲਦੀ, ਤੇ ਜੇਕਰ ਉਹ ਕੁਝ ਬੋਲਦੀ ਵੀ ਤਾਂ ਆਪਣੇ ਮਾਂ-ਬਾਪ ਨੂੰ ਉਸ ਸੁਨਹਿਰੀ ਕੱਲ ਦੇ ਸੁਪਨੇ ਦਿਖਾਉਣ ਲੱਗਦੀ, ਜੋ ਕਿ ਉਸ ਦੇ ਮੁਤਾਬਿਕ ਕੈਨੇਡਾ ਜਾ ਕੇ ਹੀ ਪੂਰਾ ਹੋਣਾ ਸੀ। ਨਿਰੰਜਨ ਸਿੰਘ ਆਪਣੀ ਜਾਣ ਪਛਾਣ ਵਿੱਚੋਂ ਲਗਭਗ ਹਰ ਇੱਕ ਕੋਲੋਂ ਪੈਸਿਆਂ ਬਾਰੇ ਪੁੱਛ ਚੁੱਕਾ ਸੀ, ਪਰ ਕਿਤੋਂ ਵੀ ਉਸ ਦੀ ਇਸ ਸਮੱਸਿਆ ਦਾ ਹੱਲ ਨਹੀਂ ਸੀ ਨਿਕਲ ਰਿਹਾ। ਅਖੀਰ ਉਸਨੇ ਇੱਕ ਐਸਾ ਅਤੀ ਮੁਸ਼ਕਲ ਫੈਸਲਾ ਲਿਆ, ਜਿਸ ਦੇ ਬਾਅਦ ਉਸ ਨੂੰ ਕੁਲਵੰਤ ਕੌਰ ਦੀ ਭਾਰੀ ਨਾਰਾਜ਼ਗੀ ਨੂੰ ਝੱਲਣਾ ਪਿਆ। ਉਹ ਇੱਕ ਦਿਨ ਚੁੱਪ ਚਪੀਤੇ ਸ਼ਹਿਰ ਜਾ ਕੇ ਆਪਣੇ ਪੁੱਤਾਂ ਵਰਗੇ ਟਰੈਕਟਰ ਨੂੰ ਵੇਚ ਆਇਆ। ਸ਼ਾਮ ਨੂੰ ਜਦ ਇਸ ਗੱਲ ਦੀ ਖਬਰ ਕੁਲਵੰਤ ਕੌਰ ਨੂੰ ਲੱਗੀ ਤਾਂ ਉਸਦੇ ਦਿਲ ਨੂੰ ਇੱਕ ਬਹੁਤ ਵੱਡਾ ਹੌਕਾ ਲੱਗਿਆ। ਇਹ ਹੌਕਾ ਉਸਦੇ ਖੁਦ ਦੇ ਜਜ਼ਬਾਤਾਂ ਕਾਰਨ ਨਹੀਂ, ਬਲਕਿ ਆਪਣੇ ਘਰ ਵਾਲੇ ਨਿਰੰਜਨ ਸਿੰਘ ਦੇ ਉਸ ਟਰੈਕਟਰ ਨਾਲ ਜੁੜੇ ਹੋਏ ਜਜ਼ਬਾਤਾਂ ਲਈ ਸੀ। ਉਹ ਇਸ ਗੱਲ ਨੂੰ ਬਖੂਬੀ ਢੰਗ ਨਾਲ ਜਾਣਦੀ ਸੀ ਕਿ ਧੀ ਦੀ ਖੁਸ਼ੀ ਖਾਤਰ ਨਿਰੰਜਨ ਸਿੰਘ ਆਪਣੇ ਪੁੱਤਾਂ ਵਰਗੇ ਟਰੈਕਟਰ ਨੂੰ ਵੇਚ ਤਾਂ ਆਇਆ ਹੈ, ਪਰ ਅੰਦਰੋਂ ਅੰਦਰੀ ਉਸ ਦਾ ਦਿਲ ਬਹੁਤ ਰੋਂਦਾ ਹੋਵੇਗਾ। ਉਸ ਰਾਤ ਘਰ ਵਿੱਚ ਸਿਰਫ ਨਵਦੀਪ ਨੇ ਹੀ ਰੋਟੀ ਖਾਧੀ, ਜਦ ਕਿ ਘਰ ਦੇ ਬਾਕੀ ਦੋਨੋਂ ਜੀਆਂ ਦੀ ਹਲਕ ਵਿੱਚੋਂ ਇੱਕ ਵੀ ਨਿਵਾਲਾ ਨੀਚੇ ਨਹੀਂ ਉਤਰਿਆ। ਨਵੀਂ ਸਵੇਰ ਹੋਈ ਤਾਂ ਨਵਦੀਪ ਇੱਕ ਵਾਰ ਫਿਰ ਤੋਂ ਆਪਣੇ ਬਾਪੂ ਨਿਰੰਜਨ ਸਿੰਘ ਨੂੰ ਨਾਲ ਲੈ ਕੇ ਸ਼ਹਿਰ ਜਾ ਪੜੀ, ਜਿੱਥੇ ਉਹਨਾਂ ਨੇ ਸਾਰੇ ਪੈਸੇ ਏਜੰਟ ਨੂੰ ਸੌਂਪ ਦਿੱਤੇ ਤੇ ਆਪ ਘਰ ਆ ਕੇ ਜਲਦੀ ਤੋਂ ਉਸ ਖੁਸ਼ਖਬਰੀ ਦੀ ਉਡੀਕ ਕਰਨ ਲੱਗੇ। ਏਜੰਟ ਨੇ ਵੀ 20 ਦਿਨ ਦਾ ਟਾਈਮ ਦਿੱਤਾ ਸੀ, ਜਦ ਕਿ ਨਵਦੀਪ ਦੇ ਬਾਹਰ ਜਾਣ ਦਾ ਕੰਮ 15 ਦਿਨ ਵਿੱਚ ਹੀ ਬਣ ਗਿਆ। ਹੁਣ ਬਸ ਕੈਨੇਡਾ ਜਾਣ ਦੀ ਟਿਕਟ ਲੈਣੀ ਬਾਕੀ ਸੀ ਤੇ ਉੱਤੋਂ ਨਵਦੀਪ ਦੇ ਸਿਰ ਉੱਪਰ ਕਾਫੀ ਸਾਰੀ ਸ਼ਾਪਿੰਗ ਕਰਨ ਦਾ ਭੂਤ ਸਵਾਰ ਹੋ ਗਿਆ। ਕੁੱਲ ਮਿਲਾ ਕੇ ਨਵਦੀਪ ਆਪਣੇ ਮਾਂ-ਬਾਪ ਨੂੰ ਪੂਰੀ ਤਰ੍ਹਾਂ ਕੰਗਾਲ ਕਰਕੇ ਹੀ ਕੈਨੇਡਾ ਜਾਣਾ ਚਾਹੁੰਦੀ ਸੀ। ਸ਼ਾਇਦ ਤਦ ਹੀ ਉਸਨੇ ਸਿਰਫ ਆਪਣੀ ਸ਼ਾਪਿੰਗ ਉੱਤੇ ਹੀ 70-80 ਹਜ਼ਾਰ ਦਾ ਫਜ਼ੂਲ ਖਰਚਾ ਕਰ ਦਿੱਤਾ। ਖੈਰ, ਪੈਸੇ ਦੀ ਕੀਮਤ ਉਹ ਲੋਕ ਕਦੇ ਨਹੀਂ ਸਮਝ ਸਕਦੇ ਜਿਨ੍ਹਾਂ ਨੂੰ ਸਭ ਕੁਝ ਬਿਸਤਰ ਤੇ ਬੈਠੇ ਬਿਠਾਇਆ ਮਿਲਦਾ ਹੋਵੇ। ਨਵਦੀਪ ਦੇ ਮਾਂ-ਬਾਪ ਬੇਸ਼ੱਕ ਰਹੀਸ ਨਹੀਂ ਸਨ, ਪਰ ਨਵਦੀਪ ਨੇ ਆਪਣੀ ਪੂਰੀ ਜ਼ਿੰਦਗੀ ਰਹੀਸਾਂ ਵਾਂਗ ਹੀ ਗੁਜ਼ਾਰੀ ਸੀ। ਲੇਕਿਨ ਹੁਣ ਉਸਦਾ ਇਸ ਆਲਣੇ ਵਿੱਚੋਂ ਉੱਡਣ ਦਾ ਵਕਤ ਆ ਗਿਆ ਸੀ। ਤਾਂ ਹੀ ਉਸਦੇ ਮਾਂ-ਬਾਪ ਆਪਣੇ तमाम ਗਿਲੇ ਸ਼ਿਕਵਿਆਂ ਨੂੰ ਭੁਲਾ ਕੇ ਆਪਣੀ ਧੀ ਨੂੰ ਖੁਸ਼ੀ-ਖੁਸ਼ੀ ਵਿਦੇਸ਼ ਭੇਜਣਾ ਚਾਹੁੰਦੇ ਸਨ। ਅਖੀਰ ਨਿਰੰਜਨ ਸਿੰਘ ਦੇ ਘਰ ਵਿੱਚ ਉਹ ਨਵੇਕਲਾ ਸੂਰਜ ਵੀ ਚੜ ਆਇਆ, ਜਦ ਉਸ ਦੀ ਲਾਡਲੀ ਧੀ ਨਵਦੀਪ ਨੇ ਉਸ ਨੂੰ ਛੱਡ ਕੇ ਦੂਰ ਪ੍ਰਦੇਸ਼ ਨੂੰ ਜਾਣਾ ਸੀ। ਨਵਦੀਪ ਦੇ ਮਾਂ-ਬਾਪ ਲਈ ਇਹ ਇੱਕ ਬੜਾ ਹੀ ਭਾਵੁਕਤਾ ਭਰਿਆ ਦਿਨ ਸੀ। ਅੱਜ ਪਹਿਲੀ ਵਾਰ ਕੁਲਵੰਤ ਕੌਰ ਦੀਆਂ ਅੱਖਾਂ ਵਿੱਚ ਵੀ ਆਪਣੀ ਧੀ ਦੇ ਜੁਦਾ ਹੋਣ ਦਾ ਗਮ ਝਲਕ ਰਿਹਾ ਸੀ। ਉਸਨੇ ਨਵਦੀਪ ਨੂੰ ਰੁਖਸਤ ਕਰਨ ਵੇਲੇ ਕੁਝ ਜ਼ਰੂਰੀ ਨਸੀਹਤਾਂ ਦੇ ਕੇ ਤੋਰਿਆ, ਜਿਸ ਨੂੰ ਕਿ ਨਵਦੀਪ ਨੇ ਵੀ ਖਿੜੇ ਮੱਥੇ ਸਵੀਕਾਰ ਕਰਕੇ ਆਪਣੀ ਮਾਂ ਨੂੰ ਆਖਰੀ ਅਲਵਿਦਾ ਆਖੀ ਤੇ ਗੱਡੀ ਵਿੱਚ ਜਾ ਬੈਠੀ। ਅੱਜ ਕਰੀਬਨ 1 ਸਾਲ ਬੀਤ ਜਾਣ ਦੇ ਬਾਅਦ ਵੀ ਨਵਦੀਪ ਨੇ ਆਪਣੇ ਮਾਪਿਆਂ ਨੂੰ ਖੁਦ ਦੀ ਕਮਾਈ ਵਿੱਚੋਂ ਇੱਕ ਨਿੱਕਾ ਪੈਸਾ ਤੱਕ ਵੀ ਨਹੀਂ ਸੀ ਭੇਜਿਆ। ਨਿਰੰਜਨ ਸਿੰਘ ਨੇ ਜਦ ਉਸ ਨੂੰ ਬੈਂਕ ਵਿੱਚੋਂ ਚੁੱਕੇ ਹੋਏ ਕਰਜ਼ੇ ਦੇ ਲਗਾਤਾਰ ਵੱਧਦੇ ਵਿਆਜ ਬਾਰੇ ਆਖਣਾ ਤਾਂ ਜਵਾਬ ਵਿੱਚ ਨਵਦੀਪ ਨੇ ਅਕਸਰ ਕੋਈ ਨਾ ਕੋਈ ਬਹਾਨੇ ਲਾ ਕੇ ਪੈਸੇ ਭੇਜਣ ਤੋਂ ਇਨਕਾਰ ਕਰ ਦੇਣਾ। ਕਦੇ ਉਸਨੇ ਕਹਿਣਾ ਕਿ ਕੈਨੇਡਾ ਵਿੱਚ ਬਤੌਰ ਸਟੂਡੈਂਟ ਰਹਿਣ ਦਾ ਖਰਚਾ ਬਹੁਤ ਜ਼ਿਆਦਾ ਹੈ ਤੇ ਕਦੇ ਉਸਨੇ ਆਪਣੀ ਨੌਕਰੀ ਛੁੱਟ ਜਾਣ ਦੀ ਦੁਹਾਈ ਪਾਉਣੀ। ਕੁੱਲ ਮਿਲਾ ਕੇ ਉਹ ਹਰ ਵਾਰ ਕੋਈ ਨਾ ਕੋਈ ਬਹਾਨੇ ਲਾ ਕੇ
ਆਪਣੇ ਘਰਦਿਆਂ ਨੂੰ ਪੈਸੇ ਭੇਜਣ ਤੋਂ ਮੂੰਹ ਫੇਰ ਲੈਂਦੀ ਸੀ। ਨਵਦੀਪ ਦੀ ਮਾਂ ਕੁਲਵੰਤ ਕੌਰ ਨੂੰ ਇਸ ਸਭ ਬਾਰੇ ਕਾਫੀ ਪਹਿਲਾਂ ਤੋਂ ਹੀ ਭਲੀ ਭਾਂਤ ਖਬਰ ਸੀ ਕਿ ਉਸ ਦੀ ਵਿਗੜੈਲ ਅਤੇ ਨਖੱਟੂ ਧੀ ਬਾਹਰ ਜਾ ਕੇ ਸੁਧਰਨ ਦੀ ਥਾਂ ਹੋਰ ਜ਼ਿਆਦਾ ਵਿਗੜ ਜਾਵੇਗੀ। ਇਸ ਲਈ ਉਹ ਹੁਣ ਹਰ ਵੇਲੇ ਨਿਰੰਜਨ ਸਿੰਘ ਨੂੰ ਇਸ ਗੱਲ ਦਾ ਧਰਵਾਸਾ ਦਿੰਦੀ ਆਖਦੀ ਕਿ ਖਾਮਖਾਹ ਉਹ ਨਵਦੀਪ ਕੋਲੋਂ ਇੰਨੀ ਜ਼ਿਆਦਾ ਉਮੀਦ ਲਗਾਈ ਬੈਠਾ ਹੈ, ਭਲਾ ਕਦੇ ਕਿੱਕਰਾਂ ਨੂੰ ਵੀ ਫੁੱਲ ਲੱਗੇ ਹਨ। ਹਾਲਾਂਕਿ ਨਿਰੰਜਨ ਸਿੰਘ ਅੱਗੋਂ ਆਪਣੀ ਧੀ ਦਾ ਪੱਖ ਪੂਰਦਾ ਹੋਇਆ ਬੋਲਦਾ ਕਿ ਉਸ ਨੂੰ ਆਪਣੀ ਧੀ ਰਾਣੀ ਉੱਤੇ ਪੂਰਾ ਯਕੀਨ ਹੈ, ਜੋ ਕਿ ਜਲਦ ਹੀ ਆਪਣੇ ਪਿਓ ਦੇ ਸਿਰ ਤੇ ਜੋ ਕਰਜ਼ਾ ਹੈ ਉਸ ਨੂੰ ਪੂਰੀ ਤਰ੍ਹਾਂ ਉਤਾਰ ਦੇਵੇਗੀ। ਦਿਨ ਹਫ਼ਤੇ ਅਤੇ ਮਹੀਨੇ ਬੜੀ ਤੇਜ਼ੀ ਨਾਲ ਗੁਜ਼ਰ ਰਹੇ ਸਨ। ਆਪਣੀ ਧੀ ਨੂੰ ਕੈਨੇਡਾ ਭੇਜਣ ਲਈ ਚੁੱਕੇ ਹੋਏ ਕਰਜ਼ੇ ਦਾ ਵਿਆਜ ਲਾਉਂਦੇ ਲਾਉਂਦੇ ਨਿਰੰਜਨ ਸਿੰਘ ਦੇ ਘਰ ਦੀਆਂ ਲਗਭਗ ਸਾਰੀਆਂ ਕੀਮਤੀ ਚੀਜ਼ਾਂ ਵਿਕ ਚੁੱਕੀਆਂ ਸਨ। ਐਸੇ ਵਿੱਚ ਉਸ ਨੂੰ ਨਵਦੀਪ ਦੇ ਸਾਥ ਦੀ ਸਖਤ ਜ਼ਰੂਰਤ ਸੀ, ਲੇਕਿਨ ਬਜਾਏ ਆਪਣੇ ਮਾਂ-ਬਾਪ ਦੀ ਮਦਦ ਕਰਨ ਦੇ ਨਵਦੀਪ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਨਵੀਆਂ ਅਜਮਾਇਸ਼ਾਂ ਵਿੱਚ ਘੇਰਨ ਦਾ ਮਨਸੂਬਾ ਘੜ ਲਿਆ ਸੀ। ਉਂਝ ਤਾਂ ਉਹ ਕੈਨੇਡਾ ਜਾਣ ਮਗਰੋਂ ਆਪਣੇ ਮਾਂ-ਬਾਪ ਨੂੰ ਬਹੁਤ ਘੱਟ ਫੋਨ ਕਰਦੀ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਉਹ ਹੁਣ ਰੋਜ਼ ਹੀ ਆਪਣੇ ਬਾਪੂ ਨਿਰੰਜਨ ਸਿੰਘ ਨੂੰ ਫੋਨ ਕਰ ਲੈਂਦੀ ਸੀ। ਹਾਲਾਂਕਿ ਇਸ ਪਿੱਛੇ ਵੀ ਉਸ ਦਾ ਕੋਈ ਵੱਡਾ ਮਨਸੂਬਾ ਸੀ। ਅਸਲ ਵਿੱਚ ਉਸਨੇ ਆਪਣੀ ਸਾਰੀ ਸੇਵਿੰਗ ਦੇਰ ਰਾਤ ਦੀਆਂ ਪਾਰਟੀਆਂ ਤੇ ਹੋਰ ਇੱਧਰ ਉੱਧਰ ਦੇ ਫਜ਼ੂਲ ਖਰਚਿਆਂ ਵਿੱਚ ਉਡਾ ਦਿੱਤੀਆਂ ਸੀ ਤੇ ਹੁਣ ਜਦ ਉਸਦੀ ਅੱਗੇ ਦੀ ਪੜ੍ਹਾਈ ਲਈ ਫੀਸ ਭਰਨ ਦੀ ਵਾਰੀ ਆਈ ਤਾਂ ਨਵਦੀਪ ਦੀ ਹਾਲਤ ਕਿਸੇ ਕੰਗਾਲ ਇਨਸਾਨ ਵਰਗੀ ਹੋ ਗਈ ਸੀ। ਮਗਰ ਐਸੀ ਤੰਗ ਹਾਲਤ ਵਿੱਚ ਵੀ ਉਸਦਾ ਤੇਜ਼ ਅਤੇ ਸ਼ਾਤਰ ਦਿਮਾਗ ਬਿਲਕੁਲ ਸਹੀ ਢੰਗ ਨਾਲ ਚੱਲ ਰਿਹਾ ਸੀ। ਉਸਨੇ ਦਿਨ ਦੇ ਵੱਖੋ ਵੱਖਰੇ ਪਹਿਰ ਵਿੱਚ ਆਪਣੇ ਬਾਪੂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਤੇ ਗੱਲਾਂ-ਗੱਲਾਂ ਵਿੱਚ ਹੀ ਆਪਣੀ ਮਾਂ ਦਾ ਹਾਲ ਅਤੇ ਉਸਦੀ ਮੌਜੂਦਗੀ ਬਾਰੇ ਵੀ ਪੁੱਛਣ ਲੱਗੀ ਤਾਂ ਕਿ ਆਪਣੀ ਮਾਂ ਦੀ ਗੈਰ ਹਾਜ਼ਰੀ ਵਿੱਚ ਉਹ ਆਪਣੇ ਬਾਪੂ ਨਾਲ ਹੋਰ ਪੈਸੇ ਭੇਜਣ ਦੀ ਗੱਲ ਕਰ ਸਕੇ। ਪਰ ਕਿਉਂਕਿ ਨਿਰੰਜਨ ਸਿੰਘ ਆਪਣੇ ਨਾਲ ਖੇਤ ਨੂੰ ਮੋਬਾਈਲ ਨਹੀਂ ਸੀ ਲੈ ਕੇ ਜਾਂਦਾ, ਇਸ ਲਈ ਨਵਦੀਪ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਸੀ ਹੋ ਪਾ ਰਹੀ। ਆਪਣੀ ਕਾਫੀ ਦਿਨਾਂ ਦੀਆਂ ਨਾਕਾਮ ਕੋਸ਼ਿਸ਼ਾਂ ਦੇ ਬਾਅਦ ਆਖਿਰਕਾਰ ਨਵਦੀਪ ਨੂੰ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਮਿਲ ਜਾਂਦਾ ਹੈ। ਪਿੰਡ ਵਿੱਚ ਕਿਸੇ ਦੇ ਚੜ੍ਹਾਈ ਕਰ ਜਾਣ ਤੇ ਕੁਲਵੰਤ ਕੌਰ ਆਂਢ ਗੁਆਂਢ ਦੀਆਂ 3-4 ਹੋਰ ਔਰਤਾਂ ਦੇ ਨਾਲ ਉਸ ਘਰ ਵਿੱਚ ਅਫਸੋਸ ਕਰਨ ਚਲੀ ਜਾਂਦੀ ਹੈ। ਇੱਧਰ ਨਿਰੰਜਨ ਸਿੰਘ ਕੱਲ ਸ਼ਾਮ ਤੋਂ ਹੀ ਆਪਣੀ ਧੀ ਨੂੰ ਬਾਹਰੋਂ ਪੈਸੇ ਭੇਜਣ ਲਈ ਆਖਣ ਬਾਰੇ ਸੋਚ ਰਿਹਾ ਸੀ ਕਿ ਇੰਨੇ ਨੂੰ ਹਰ ਰੋਜ਼ ਦੀ ਤਰ੍ਹਾਂ ਉਸ ਨੂੰ ਨਵਦੀਪ ਦੀ ਕਾਲ ਆ ਜਾਂਦੀ ਹੈ। ਆਪਣੀ ਧੀ ਦੀ ਆਉਂਦੀ ਕਾਲ ਵੇਖ ਨਿਰੰਜਨ ਸਿੰਘ ਦੇ ਚਿਹਰੇ ਉੱਤੇ ਮੁਸਕਰਾਹਟ ਆ ਗਈ। ਉਸਨੇ ਮਨ ਹੀ ਮਨ ਵਿੱਚ ਸੋਚਿਆ ਕਿ ਉਹ ਅੱਜ ਆਪਣੀ ਧੀ ਨੂੰ ਪੈਸੇ ਭੇਜਣ ਲਈ ਆਖ ਦੇਵੇਗਾ। ਇਸੇ ਖੁਸ਼ਫਹਿਮੀ ਵਿੱਚ ਹੀ ਉਹ ਨਵਦੀਪ ਦੀ ਕਾਲ ਨੂੰ ਉਠਾ ਲੈਂਦਾ ਹੈ। ਸ਼ੁਰੂਆਤੀ ਗੱਲਾਂ ਬਾਤਾਂ ਤੇ ਹਾਲ ਚਾਲ ਪੁੱਛਣ ਮਗਰੋਂ ਜਿੱਦਾਂ ਹੀ ਨਵਦੀਪ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੱਜ ਉਸ ਦੀ ਮਾਂ ਘਰ ਵਿੱਚ ਨਹੀਂ ਹੈ ਤਾਂ ਫੌਰਨ ਉਸਨੇ ਉਦਾਸ ਹੋਣ ਦੀ ਐਕਟਿੰਗ ਕਰਕੇ ਆਪਣੇ ਬਾਪੂ ਨੂੰ ਫੀਸ ਜੋਗੇ ਪੈਸੇ ਨਾ ਹੋਣ ਬਾਰੇ ਦੱਸ ਦਿੱਤਾ। ਇਹ ਗੱਲ ਸੁਣ ਕੇ ਨਿਰੰਜਨ ਸਿੰਘ ਅਗਲੇ ਕੁਝ ਪਲ ਲਈ ਖਾਮੋਸ਼ ਰਿਹਾ। ਉਸਨੇ ਤਾਂ ਕਦੇ ਆਪਣੇ ख्वाबां ਵਿੱਚ ਵੀ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਸੀ ਕਿ ਉਸ ਦੀ ਧੀ ਨਵਦੀਪ ਨੇ ਉਸ ਦੀਆਂ ਪਰੇਸ਼ਾਨੀਆਂ ਨੂੰ ਘਟਾਉਣ ਦੀ ਬਜਾਏ ਹੋਰ ਜ਼ਿਆਦਾ ਵਧਾ ਦੇਣਾ ਹੈ। ਆਪਣੇ ਬਾਪੂ ਨੂੰ ਖਾਮੋਸ਼ ਦੇਖ ਨਵਦੀਪ ਅੱਗੋਂ ਉਸ ਨੂੰ ਪੁਕਾਰ ਲਗਾਉਂਦੀ ਬੋਲੀ, ਹੈਲੋ ਡੈਡੀ, ਆਵਾਜ਼ ਸੁਣ ਰਹੀ ਹੈ ਤੁਹਾਨੂੰ ਮੇਰੀ? ਆਪਣੀ ਧੀ ਦੀ ਪੁਕਾਰ ਸੁਣ ਕੇ ਸੋਚਾਂ ਦੇ ਕਬਰਿਸਤਾਨ ਤੋਂ ਬਾਹਰ ਆਉਂਦੇ ਨਿਰੰਜਨ ਸਿੰਘ ਨੇ ਜਵਾਬ ਦਿੱਤਾ, ਹਾਂ ਹਾਂ ਧੀਏ, ਮੈਨੂੰ ਸਭ ਸੁਣ ਰਿਹਾ ਹੈ। ਤਾਂ ਫਿਰ ਚੁੱਪ ਕਿਉਂ ਹੋ ਗਏ ਸੀ ਤੁਸੀਂ? ਉਹ ਬਸ ਥੋੜੇ ਟਾਵਰ ਜਿਹੇ ਉੱਡ ਗਏ ਸੀ ਰੇਂਜ ਵਾਲੇ ਇੱਧਰ। ਹੁਣ ਮੈਂ ਕਮਰੇ ਵਿੱਚੋਂ ਬਾਹਰ ਆ ਗਿਆ ਹਾਂ। ਹੁਣ ਬੋਲ, ਕੀ ਕਹਿੰਦੀ ਸੀ ਤੂੰ? ਕਿੰਨੇ ਪੈਸਿਆਂ ਦੀ ਲੋੜ ਹੈ ਤੈਨੂੰ? ਆਪਣੇ ਬਾਪੂ ਦੇ ਮੂੰਹੋਂ ਪੈਸਿਆਂ ਦੀ ਗੱਲ ਸੁਣ ਕੇ ਖੁਸ਼ੀ ਨਾਲ ਨਵਦੀਪ ਦਾ ਮਨ ਨੱਚਣ ਨੂੰ ਕਰ ਰਿਹਾ ਸੀ, ਪਰ ਉਹ ਕਿਸੇ ਤਰ੍ਹਾਂ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਦੀ ਜਾਣ ਬੁੱਝ ਕੇ ਥੋੜਾ ਢਿੱਲਾ ਮੂੰਹ ਬਣਾ ਕੇ ਬੋਲਦੀ ਹੈ, 5 ਲੱਖ ਹੋ ਜਾਂਦੇ ਤਾਂ ਮੇਰੀ ਸਾਰੀ ਟੈਨਸ਼ਨ ਮੁੱਕ ਜਾਣੀ ਹੈ। ਬਾਕੀ ਇੱਕ ਵਾਰ ਮੇਰੀ ਪੜ੍ਹਾਈ ਪੂਰੀ ਹੋ ਗਈ ਅਤੇ ਮੈਨੂੰ ਕੋਈ ਪੱਕੀ ਅਤੇ ਚੰਗੀ ਨੌਕਰੀ ਮਿਲ ਗਈ ਤਾਂ ਮੈਂ ਬੈਂਕ ਦਾ ਸਾਰਾ ਕਰਜ਼ਾ ਮੈਂ ਖੁਦ ਹੀ ਉਤਾਰ ਦੇਵਾਂਗੀ। ਨਿਰੰਜਨ ਸਿੰਘ ਨੂੰ ਨਵਦੀਪ ਦੀਆਂ ਇਹ ਬਨੌਟੀ ਗੱਲਾਂ ਵਿੱਚ ਵੀ
ना जाने क्यों सच्चाई नजर आउंदी है ते ओ जल्द तो जल्द उसनूं पैसे भेजण दा वादा करके काल कट दिंदा है। किसी भी किसान लई उसदी जमीन उसदे धी पुੱਤ नालों किते वध प्यारी हुंदी है, पर गल जद दोनां विचों एक दी खुशी चुनण दी आवे तां विचारे किसान नूं अपने दिल उत्ते पत्थर रख के पुੱਤਾਂ तरह पाली आ ते संभाली जमीन नूं वेचना ते जां फिर गहणे रखना पैंदा है। निरंजन सिंह ने भी होर कोई चारा ना होण कारण अपनी एक बांह भाव कि 1 किला जमीन वेच दित्ती, जिस नूं वेचण मगरों मिली रकम विचों 5 लाख उसने अपनी धी नूं भेज दिता ते बाकी दे पैसिਆਂ नाल बैंक विचों चुके करजे दी लिस्ट नूं बराबर कर दिता। कहण नूं तां निरंजन सिंह दा सारा करजा उतर गया सी, पर पहला अपने प्यारे ट्रैक्टर अते हुण जमीन दा एक टक विकण दा गम उस नूं अंदरों अंदर ही खा रिहा सी। कुलवंत कौर ने भी पहला पहल घर विच काफी कलेश कीता, पर जद उसने अपने घर वाले नूं उदासी दी हालत विच देखिया तां ओह विचारी भी अपने गुस्से नूं अंदरों अंदर ही पी गई। लेकिन जमीन दा एक वड्डा टुकड़ा विक जाण नाल निरंजन सिंह दा हुण अपने खेतां विच बिल्कुल भी मन नहीं सी लगदा। उस नूं रह रह के ओह अभागा समा याद आ जांदा जद उसने अपनी धी दी खुशी खातर अपनी जमीन दा सौदा कीता सी। काफी दिनां दी दिमागी जंग लड़न मगरों आखिरकार निरंजन सिंह एक मुश्किल फैसला लैंदा है ते पिंड दे ही एक होर किसान नूं अपनी सारी जमीन ठेके उत्ते दे दिंदा है। जमीन नूं ठेके उत्ते देण मगरों निरंजन सिंह हुण अपने खेत अते घर तो दूर रहण खातर फैक्ट्री विच सिक्योरिटी गार्ड दी नौकरी उत्ते लग जांदा है। उधर दूसरे पासे पैसे मिलन नाल नवदीप काफी खुश सी ते एक बार फिर तो उसने अपने पार्टियां करन दे सिलसिले नूं शुरू कर दिता सी। कुछ दिनों बाद नवदीप दे पिंड दी ही एक लड़की हरमन कौर उसदे ही कॉलेज विच पढ़न आ जांदी है। अपने पिंड दी लड़की होण कारण नवदीप उसनूं अपने कोल ही रख लैंदी है। थोड़े दिनों अंदर ही हरमन नूं नवदीप दे लक्षणां बारे चंगी तरह पता लग चुका सी। कदे नवदीप देर रात नशे नाल धुत हो के पीजी विच वापस आउंदी ते कदे उसदे कप बोर्ड विचों हरमन नूं नशे दे कैप्सूल अते टीके वगैरह दिखाई दिंदे। लेकिन सब कुछ जानन बुझण दे बावजूद भी हरमन बिल्कुल चुपचाप रहिंदी है ते अपना पूरा ध्यान पढ़ाई अते नौकरी वल लगाई रखदी है। इस दौरान नवदीप अते बाकी दियां कुड़ियां उसनूं भी पार्टियां उत्ते जाण लई आखदियां हन, पर मुੱਢ तो ही चंगी तरबीयत मिलन कारण हरमन इन्हां फजूल कम्मां तो दूरी बनाई रखदी है। लेकिन फिर एक दिन जदों बैंक जाण लई हरमन पीजी विचों बाहर जाण लगी तां एकदम नवदीप नूं उस नूं रोकदी होई उस तो बैंक जाण दा कारण पुੱਛ लैंदी है। जवाब विच हरमन ने जद अपने घरदियां नूं कुछ पैसे भेजण बारे आखिया तां नवदीप समेत बाकी दियां दोनों कुड़ियां भी उच्ची उच्ची हसन अते हरमन दा मजाक उड़ाउण लगियां। इत्थों तक कि नवदीप उसनूं दुनिया दी सब तो वड्डी बेवकूफ आखदिया नसीहत दिंदी बोली, जेकर इत्थे कनेडा विच सैट होना है तां कुछ समय लई तैनूं घरदियां दा ख्याल अपने दिलों कड्ढना पवेगा, क्योंकि जे तू हुणे तो ही उन्हां नूं पैसे भेजण लगेंगी तां तेरे लई खुद दी पढ़ाई खाण पीण अते रहण दे खर्चे पूरे करने नामुमकिन हो जाणगे। इस दे बावजूद नवदीप ने होर भी काफी सारियां गल्लां सुनाईयां जो कि हरमन दे सीने उत्ते किसे तेज चाकू दी तरह वार कर रहीआं सन। वो काफी देर तक नवदीप दी इस बकवास नूं बर्दाश्त करदी रही, पर पानी जद सिर तो उपर लंघ गया तां हरमन एकदम ही नवदीप उत्ते किसे बदल वांगू बरस पई ते उसनूं अपने मोबाइल विच कुछ तस्वीरां दिखाउंदी बोली, ए देख वड्डी अकलमंदे, तेरा बापू तेरियां खुशियां खातर अपनी जमीन वेच के सिक्योरिटी गार्ड दी नौकरी करदा फिरदा है ते तैनूं महाराणी नूं इधर पार्टियां करन तो ही फुरसत नहीं। तू तां कदे उन्हां नूं फोन करके हाल चाल भी नहीं पुछिया होना। लानत है तेरे जम्मण उत्ते। अपने बापू नूं सिक्योरिटी गार्ड दी वर्दी विच वेख पलां विच ही नवदीप दा सारा हासा खामोशी विच बदल गया। इस तो पहला कि वह कुछ बोल पाउंदी हरमन अपना समान चुक के पीजी विचों बाहर निकल गई। हरमन ने पीजी विचों बाहर निकलन दे कुछ पल बाद ही नवदीप भी उसदे पिछे पिछे बाहर आ गई।
पर तद तक हरमन एक टैक्सी नूं रुकवा किसी अनजान मंजिल वल वध चुकी सी। लेकिन सदा खामोश रहण वाली हरमन वल्लों अचानक मिली फिटकार ने किते ना किते नवदीप नूं अंदरों अंदरी झंझोड़ दिता सी, जिस नाल एकदम उसदे अगे वो सब कुछ एक फिल्म दी तरह चलन लगा, जो सब उसने हुण तक अपने मां बाप नूं परेशान करन लई कीता सी। हर वक्त नशे विच तुन रहण वाली नवदीप नूं अज रोटी तक भी भुल गई सी ते अपने आप नूं कमरे अंदर बंद करके उच्ची उच्ची रो रही सी। हालांकि उसदियां बाकी दोनों सहेलियां ने लख कोशिशां दे बाद किसी तरह उसनूं एक रोटी खवाई, पर वो एक रोटी भी नवदीप नूं पच नहीं सी सकी ते कुछ देर बाद ही उसनूं उल्टी आ गई। देखदे ही देखदे नवदीप दी तबीयत काफी बुरी तरह नाल विगड़न लगी, जिस दा खौफ मन के उसदी एक सहेली ने तुरंत एमरजेंसी नंबर ते फोन करके एंबुलेंस नूं मंगवाया। नवदीप पूरी तरह बेहोशी दी हालत विच सी। हस्पताल विच जद उसदा चैकअप कीता गया तां रिपोर्टां विच नवदीप वल्लों नशे दी ओवरडोज लैण दी गल सामने आई। अगले एक हफ्ते तक नवदीप हस्पताल विच ही रही ते जद 8वें दिन वो ठीक होई तां उसदे मूंह विचों पहला लफ्ज डैडी निकलिया। उसदा ओ डैडी जिसदी कि वो एक नलायक धी साबित होई सी, पर हुण नवदीप नूं अपनी हर एक गलती दा एहसास हो चुका सी ते वो जल्द तो जल्द इंडिया जाके अपने मापिया कोलों माफी मंगना चाहुंदी सी। डॉक्टर वल्लों हरी झंडी मिलन दे बाद नवदीप ने फटाफट अपनी इंडिया दी टिकट करवा लई ते एक सकारात्मक सोच नूं नाल लैके ओह इंडिया लई रवाना हो गई। हालांकि दिल्ली पहुंचण दे बाद भी नवदीप ने अपने घरदिआं नूं फोन नहीं कीता, बल्कि वो उत्थों अपने शहर दा सफर करदी सीधा उस फैक्ट्री दे बाहर जा पहुंची जिस विच उसदा बापू निरंजन सिंह सिक्योरिटी गार्ड दी नौकरी करदा सी। निरंजन सिंह ने दूरों जद किसी मॉडर्न कपड़िਆਂ विच आउंदी एक जवान लड़की नूं देखिया तां वो एकदम यह सोचदा होया खड़ा हो गया कि यकीनन ये लड़की इस फैक्ट्री दे मालिक दी बेटी जां फिर उसदी कोई रिश्तेदार होवेगी। पर नवदीप ने जल्द ही उसदा यह भुलेखा दूर कर दिता ते अपने बापू दे बिल्कुल करीब आके उसनूं किसी बच्चे दी तरह लिपट गई। निरंजन सिंह लई ये एक तरह दा बहुत वड्डा सरप्राइज सी, क्योंकि जिस धी नूं मिलन लई वो हर पल तड़फदा सी, उसदी ओह धी अज उसदियां अखां दे सामने खड़ी सी। नवदीप दा मिजाज भी काफी बदलिया सी। उसने तुरंत अपने बापू अगे यह शिकवा जताया कि उन्हां नूं भला इंज सिक्योरिटी गार्ड दी नौकरी करन दी की लोड़ आण पई जद कि उन्हां दी धी कनेडा विच रहिंदी है। होर तां होर नवदीप तुरंत अपने बापू नूं नाल लैके फैक्ट्री दे मालक कोल अस्तीफा दे के आई, जिस दे बाद दोनों प्यो अते धी खुशी खुशी घर नूं चल पे। जिस नवदीप नूं हमेशा अपने बापू दे पुराने स्कूटर पिछे बैठण विच शर्म महसूस हुंदी सी, अज ओही नवदीप कनेडा तो वापस आके अपने बापू नाल स्कूटर दे सफर दा भरपूर आनंद माण रही सी। इंज ही गल्लां बातां करदे ओ दोनों घर पहुंच गए, जिथे पहुंच नवदीप ने जांदियां ही अपनी मां नूं घुट के जफी पा लई। कलवंत कौर नूं भी नवदीप नूं अचानक देख काफी हैरानी हुई, क्योंकि उसने तां कद दा अपने मन नूं यह समझाया होया सी कि नवदीप हुण कदे भी वापस नहीं आवेगी, पर नवदीप ने अचानक आके अपने मां बाप दोनों नूं काफी हैरान कर दिता सी। कुछ रस्मी गल्लां बातां करन पिछों नवदीप ने अपने मां बाप कोलों अपनियां कीतियां गलतियां दी रोंदियां होया माफी मंगी ते अगे तो एक चंगी धी दा हर एक फर्ज पूरा करन दा वादा कीता। ਇਹ कहानी ਇੱਥੇ ही समाप्त ਹੁੰਦੀ है। ਇਹ कहानी ਤੁਹਾਨੂੰ किस तरह दी लगी किरपा करके एक वधिया जिहा कमेंट करके जरूर दसो, ਅਤੇ जिन्हां ने भी साडे चैनल ਨੂੰ ਹਾਲੇ तक सबसक्राइब नहीं कीता ਉਹ किरपा करके साडे चैनल ਨੂੰ सबसक्राइब जरूर कर लवो, ਤਾਂ कि आउण वालियां नवीਆਂ कहानियां ਤੁਹਾਡੇ ਲਈ इदां ही पेश करदे रहिए। वीडियो ਨੂੰ लाइक कर दो, शेयर कर दो। ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।